ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸੰਸਾਰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਚੱਲਦਾ ਹੈ। ਫਿਰ ਸੁਣ ਲਓ, ਸੰਸਾਰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਚੱਲਦਾ ਹੈ। ਗਰਮੀਆਂ ਦੇ ਵਿੱਚ ਜਿਸ ਸੂਰਜ ਨੂੰ ਲੋਕ ਬੁਰਾ ਭਲਾ ਵੀ ਕਹਿੰਦੇ ਨੇ, ਧੁੱਪ ਨੂੰ ਚੰਗਾ ਨਹੀਂ ਸਮਝਦੇ, ਸਰਦੀ ਦੇ ਵਿੱਚ ਉਸੇ ਸੂਰਜ ਦਾ, ਉਸੇ ਧੁੱਪ ਦਾ ਇੰਤਜ਼ਾਰ ਕਰਦੇ ਨੇ। ਮਤਲਬ ਪਤਾ ਕੀ ਹੈ, ਤੁਹਾਡੀ ਕੀਮਤ ਪਿਆਰਿਓ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਦੋਂ ਪਏਗੀ ਜਦੋਂ ਉਹਨਾਂ ਨੂੰ ਤੁਹਾਡੀ ਜ਼ਰੂਰਤ ਹੋਏਗੀ। ਜੇ ਤੁਹਾਡੀ ਜ਼ਰੂਰਤ ਨਹੀਂ ਨਾ ਤੇ ਤੁਹਾਡੀ ਕੀਮਤ ਵੀ ਕੋਈ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੀ ਕੀਮਤ ਉਦੋਂ ਪਏਗੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਦੋਂ ਉਹ ਲੋਕਾਂ ਨੂੰ ਤੁਹਾਡੀ ਜ਼ਰੂਰਤ ਪਏਗੀ। ਜੇ ਅੱਜ ਤੁਹਾਡੀ ਜ਼ਰੂਰਤ ਨਹੀਂ ਤੇ ਤੁਹਾਡੀ ਕੀਮਤ ਵੀ ਕੋਈ ਨਹੀਂ। ਪਿਆਰਿਓ, ਜਿਸ ਦਿਨ ਜ਼ਰੂਰਤ ਪੈ ਗਈ ਤੇ ਉਸ ਦਿਨ ਤੁਹਾਡੀ ਕੀਮਤ ਵੀ ਉਹਨਾਂ ਦੀਆਂ ਨਜ਼ਰਾਂ 'ਚ ਪੈ ਜਾਏਗੀ। ਬਈ ਤੇਰੇ ਵਰਗਾ ਤੇ ਬੰਦਾ ਹੈ ਹੀ ਕੋਈ ਨਹੀਂ, ਤੂੰ ਤੇ ਸਾਡੀ ਲੋੜ ਪੈਣ ਤੇ ਹੈਲਪ ਕਰ ਦੇਣਾ ਹੈ। ਇਹ ਸੱਚਾਈ ਹੈ, ਸੱਚਾਈ। ਔਰ ਜੀਵਨ ਦੇ ਵਿੱਚ ਇਹ ਮਹੱਤਵਪੂਰਨ ਨਹੀਂ ਕਿ ਤੁਹਾਡੀ ਲਾਈਫ ਦੇ ਵਿੱਚ, ਤੁਹਾਡੇ ਜੀਵਨ ਦੇ ਵਿੱਚ ਕੌਣ ਕੌਣ ਆਇਆ ਹੈ। ਹਾਂ, ਇਹ ਮਹੱਤਵਪੂਰਨ ਜ਼ਰੂਰ ਹੈ ਕਿ ਅਖੀਰ ਤੱਕ ਕਿੰਨੇ ਤੁਹਾਡਾ ਸਾਥ ਨਿਭਾਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਹੜਾ ਬੰਦਾ ਤੁਹਾਡੇ ਨਾਲ ਅਖੀਰ ਤੱਕ ਨਿਭਿਆ, ਇਹ ਮਹੱਤਵਪੂਰਨ ਗੱਲ ਹੈ। ਇਹ ਮੇਰੀ ਸਿਨੇਮਰ ਬੇਨਤੀ ਹੈ, ਸਿਨੇਮਰ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਕੀਮਤ ਪਵੇ ਨਾ ਪਵੇ, ਪਰ ਤੁਸੀਂ ਆਪਣੇ ਚੰਗੇ ਕਰਮ ਕਰਦੇ ਚੱਲੋ। ਲੋਕ ਤੁਹਾਡੇ ਚੰਗੇ ਹੋਏ, ਚੰਗੇ ਕੀਤੇ ਹੋਏ ਕੰਮਾਂ ਦੀ ਤਾਰੀਫ ਕਰਨ, ਭਾਵੇਂ ਨਿੰਦਿਆ ਕਰਨ, ਪਰ ਤੁਸੀਂ ਆਪਣੇ ਅੱਛੇ ਕਰਮ ਕਰਨੇ ਨਾ ਛੱਡੋ। ਕਿਉਂਕਿ ਲੋਕਾਂ ਦੀ ਕੀਮਤ ਪਾਉਣ ਨਾ ਪਾਉਣ ਦੇ ਨਾਲ ਕੋਈ ਫਰਕ ਨਹੀਂ ਪੈਣਾ। ਜਿਸ ਦਿਨ ਗੁਰ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਨੇ ਤੁਹਾਡੇ ਉੱਤੇ ਨਦਰ ਦਾ ਖਾਤਾ ਖੋਲ ਦਿੱਤਾ, ਬਾਬਾ ਦੀਪ ਸਿੰਘ ਜੀ ਨੇ ਤੁਹਾਡੇ ਉੱਤੇ ਆਪਣੀ ਮਿਹਰਮਤ ਦਾ ਖਾਤਾ ਖੋਲ ਦਿੱਤਾ, ਜਿਸ ਦਿਨ ਉਹਨੇ ਆਪਣੇ ਦਰ ਦੇ ਉੱਤੇ ਤੁਹਾਨੂੰ ਕੀਮਤੀ ਬਣਾ ਦਿੱਤਾ ਨਾ, ਉਹਦੀਆਂ ਨਜ਼ਰਾਂ ਵਿੱਚ ਜਿਸ ਦਿਨ ਕੀਮਤ ਪੈ ਗਈ, ਫਿਰ ਉਹ ਹਿਸਾਬ ਬਣ ਜਾਣਾ ਪਿਆਰਿਓ। ਤੇਰੀ ਨਿੰਦਿਆ ਕਰਨ ਵਾਲੇ ਵੀ ਤੇਰੇ ਸਪੋਰਟਰ ਬਣ ਜਾਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਆਪਣੀ ਜੋ ਪੋਜ਼ਿਟਿਵਿਟੀ ਨੂੰ ਲੈ ਕੇ ਤੂੰ ਤੁਰਿਆ ਨਾ, ਉਸੇ ਹਿਸਾਬ ਦੇ ਨਾਲ ਤੁਰਦਾ ਰਹੋ। ਲੋਕ ਭਾਵੇਂ ਤੇਰੇ ਕੰਮ ਦੀ ਕਦਰ ਪਾਉਣ ਭਾਵੇਂ ਨਾ ਪਾਉਣ, ਪਰ ਤੂੰ ਚੰਗਾ ਕੰਮ ਕਰਦਾ ਰਹਿ। ਪਰਮੇਸ਼ਰ ਸਾਈਂ ਤੇਰੇ ਉੱਤੇ ਇੱਕ ਦਿਨ ਮਿਹਰਮਤ ਦਾ ਖਾਤਾ ਖੋਲੇਗਾ ਹੀ ਖੋਲੇਗਾ। ਅਗਲੀ ਗੱਲ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਨਾ ਬੰਦਾ ਸਭ ਕੁਝ ਆਪਣੇ ਲਈ ਸੋਚਦਾ ਹੈ, ਆਪਣੇ ਲਈ, ਮੈਨੂੰ ਆ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ, ਹਰ ਵੇਲੇ ਬਸ ਆਪਣਾ ਹੀ ਸੋਚੀ ਜਾਣਾ, ਆਪਣੀ ਹੀ ਫਿਕਰ। ਸੱਚੇ, ਜਦੋਂ ਤੁਸੀਂ ਇਕੱਲੀ ਆਪਣੀ ਫਿਕਰ ਕਰਦੇ ਹੋ ਨਾ ਤੇ ਜੀਵਨ ਦੇ ਵਿੱਚ ਸਟ੍ਰੈਸ ਆਉਂਦਾ ਹੈ, ਤਣਾਅ ਬਣਦਾ ਹੈ। ਤੇ ਜਦੋਂ ਤੁਸੀਂ ਕੇਵਲ ਆਪਣੀ ਫਿਕਰ ਕਰਨ ਵਾਲੇ ਸੁਭਾਅ ਦਾ ਤਿਆਗ ਕਰਕੇ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਿੰਦੇ ਹੋ ਨਾ, ਸੱਚਾਈ ਏ, ਜਦੋਂ ਤੁਸੀਂ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਿੰਦੇ ਹੋ ਤੇ ਗੁਰੂ ਰਾਮਦਾਸ ਤੁਹਾਡਾ ਭਲਾ ਆਪੇ ਹੀ ਕਰ ਦਿੰਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤਾਂ ਹੀ ਤੇ ਸਾਨੂੰ ਪਿਤਾ ਜੀ ਨੇ ਇਹ ਸਿਖਾਇਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕੱਲਾ ਲਫ਼ਜ਼ਾਂ ਦੇ ਵਿੱਚ ਨਾ ਹੋਵੇ, ਸਿੱਖਾ ਤੇਰੇ ਜੀਵਨ ਦੇ ਵਿੱਚ ਅਸਲੀਅਤ 'ਚ ਇਹ ਗੱਲ ਸ਼ਾਮਲ ਹੋ ਜੇ, ਤੇਰੇ ਭਾਣੇ ਸਰਬੱਤ ਦਾ ਭਲਾ।
ਜਦੋਂ ਅਸਲੀਅਤ ਵਿੱਚ ਇਹ ਗੱਲ ਸ਼ਾਮਲ ਹੋਏਗੀ ਤੇਰੀ ਲਾਈਫ ਵਿੱਚ, ਤੇਰਾ ਭਲਾ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਆਪੇ ਕਰ ਦੇਣਾ। ਇਹੋ ਜਿਹੀਆਂ ਕੁਝ ਹੋਰ ਵਿਚਾਰਾਂ ਲੈ ਕੇ ਅਸੀਂ ਸਾਰੇ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਆਪਣਾ ਜਿਹੜਾ ਮੰਤਵ ਹੈ ਉਹਨੂੰ ਇੱਕ ਵਾਰੀ ਦੁਹਰਾਓ, ਫਤਿਹ ਬੁਲਾਓ, ਫਿਰ ਮੈਂ ਇਹੋ ਜਿਹੀਆਂ ਹੋਰ ਵਿਚਾਰਾਂ ਤੁਹਾਡੇ ਸਨਮੁਖ ਸਾਂਝੀਆਂ ਕਰਾਂਗਾ। ਜਿਨ੍ਹਾਂ ਨੇ ਅਜੇ ਤੱਕ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਬਿਠਾਇਆ, ਬਿਠਾਓ। ਛੋਟੇ ਬੱਚਿਆਂ ਨੂੰ ਜ਼ਰੂਰ ਬਿਠਾਇਆ ਕਰੋ ਨਾਲ। ਪਰਿਵਾਰ ਸਮੇਤ ਗੁਰੂ ਜੀ ਦੀ ਗੋਦ ਵਿੱਚ ਬੈਠੋ ਤੇ ਆਪਣਾ ਜਿਹੜਾ ਮੰਤਵ ਹੈ, ਆਪਣਾ ਜਿਹੜਾ ਨਾਅਰਾ ਹੈ, ਆਪਣਾ ਜਿਹੜਾ ਮੋਟਿਵ ਹੈ, ਉਹਨੂੰ ਇੱਕ ਵਾਰੀ ਬੁਲੰਦ ਆਵਾਜ਼ ਦੇ ਵਿੱਚ ਦੁਹਰਾ ਲਓ। ਸਾਰੇ ਆਖੋ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪ੍ਰੇਮੀਆਂ ਨੇ ਅਜੇ ਤੱਕ ਇਹ YouTube ਦਾ, Facebook ਦਾ ਲਿੰਕ ਸ਼ੇਅਰ ਨਹੀਂ ਕੀਤਾ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ YouTube ਦਾ, Facebook ਦਾ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਟੁੱਟੀਆਂ ਸੰਗਤਾਂ ਗੁਰੂ ਚਰਨਾਂ ਦੇ ਰਸ ਦੇ ਵਿੱਚ ਜੁੜ ਸਕਣ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ। ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਮੇਰੀ ਬੇਨਤੀ ਹੈ ਸਬਸਕ੍ਰਾਈਬ ਕਰੋ ਔਰ ਹੋਰਨਾਂ ਨੂੰ ਵੀ ਇਹ ਪ੍ਰੇਰਨਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਬਾਰੇ। ਮੈਂ ਅਗਲੀ ਗੱਲ ਕਰਾਂ, ਇੱਕ ਵਾਰੀ ਬੋਲੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਤੁਹਾਡੇ ਨਾਲ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਇਹ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਪਿਆਰਿਓ। ਦੋ ਦ੍ਰਿਸ਼ ਜਿਹੜੇ ਅਸੀਂ ਚੁਣਦੇ ਹਾਂ ਆਪਣੇ ਲਈ, ਦੋ ਦ੍ਰਿਸ਼, ਮਾਨਸਿਕ ਟਿੱਪੀਆਂ ਦਾ ਪਹਿਲਾ ਦ੍ਰਿਸ਼ ਜਿਹੜਾ ਅਸੀਂ ਆਪਣੇ ਆਪ ਹੀ ਆਪਣੇ ਅੰਦਰ ਸਿਰਜ ਲੈਨੇ ਆ। ਪਤਾ ਕੀ, ਦੂਜੇ ਲੋਕ ਤੇ ਮੇਰਾ ਭਲਾ ਕਰਦੇ ਨੇ, ਦੂਜੇ ਲੋਕ ਤੇ ਮੇਰਾ ਭਲਾ ਬੁਰਾ ਵੇਖ ਸਕਦੇ ਨੇ, ਪਰ ਸਿਰਫ ਮੇਰੇ ਪਰਿਵਾਰ ਵਾਲੇ ਮੈਂਬਰ ਹੀ ਮੇਰੀ ਕੀਮਤ ਨਹੀਂ ਸਮਝਦੇ। ਆਖੋ ਵਾਹਿਗੁਰੂ। ਇਹੋ ਜਿਹੇ ਕਈ ਲੋਕ ਤੁਹਾਡੇ ਇਰਦ ਗਿਰਦ ਹੋਣਗੇ, ਤੁਹਾਨੂੰ ਮਿਲਣਗੇ, ਲੋਕਾਂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣਗੇ ਤੇ ਆਪਣੇ ਪਰਿਵਾਰ, ਆਪਣੇ ਇਰਦ ਗਿਰਦ, ਆਪਣੇ ਭੈਣ ਭਾਈਆਂ ਦੀਆਂ ਗੱਲਾਂ ਨੂੰ ਇਗਨੋਰ ਕਰਨਗੇ। ਬਸ ਆਪਣੇ ਅੰਦਰ ਸਟੋਰੀ ਆਪੇ ਤਿਆਰ ਕੀਤੀ ਹੋਈ ਕਿ ਦੂਜੇ ਲੋਕ ਮੇਰਾ ਭਲਾ ਵੇਖ ਸਕਦੇ ਨੇ, ਉਹ ਮੇਰੀ ਹੈਲਪ ਕਰ ਸਕਦੇ ਨੇ, ਉਹਨਾਂ ਨੂੰ ਪਤਾ ਮੈਂ ਇਹ ਕੰਡੀਸ਼ਨ ਚੋਂ ਗੁਜ਼ਰ ਰਿਹਾ, ਬਸ ਮੇਰੇ ਪਰਿਵਾਰ ਦੇ ਮੈਂਬਰ ਹੀ ਮੇਰੀ ਕੀਮਤ ਨਹੀਂ ਜਾਣਦੇ। ਆਪੇ ਹੀ ਸੋਚਣਗੇ ਲੋਕ ਤੇ ਇੰਨਾ ਵਧੀਆ ਸਮਾਂ ਬਤੀਤ ਕਰਦੇ ਨੇ, ਫੇਸਬੁੱਕਾਂ ਚਲਾਉਂਦੇ ਨੇ, WhatsApp ਚਲਾਉਂਦੇ ਨੇ, Instagram ਚਲਾਉਂਦੇ, ਕਿੰਨਾ ਵਿਹਲਾ ਸਮਾਂ ਹੁੰਦਾ ਉਹਨਾਂ ਦੇ ਕੋਲ, ਮੈਂ ਹੀ ਬਸ ਕੰਮ ਕਰ ਰਿਹਾ, ਮੇਰੀ ਕਿਸਮਤ ਵਿੱਚ ਤੇ ਵੇਲ ਲਿਖੀ ਨਹੀਂ ਹੋਈ। ਆਖੋ ਵਾਹਿਗੁਰੂ ਜੀ। ਸਾਰਾ ਦਿਨ ਭਾਵੇਂ ਵਿਹਲਾ ਰਹਿੰਦਾ ਬੰਦਾ, ਪਰ ਜਦੋਂ ਕੰਮ ਕਰਨ ਦਾ ਵੇਲਾ ਆਉਂਦਾ ਨਾ, ਇਹੋ ਜਿਹੀਆਂ ਸਟੋਰੀਆਂ ਬਣਾਉਣ ਲੱਗ ਪੈਂਦਾ, ਬਸ ਮੈਨੂੰ ਤੇ ਕੰਮ ਹੀ ਕਰਨਾ ਪੈਂਦਾ, ਮੈਂ ਹੀ ਫਸ ਜਾਣਾ, ਮੈਨੂੰ ਤੇ ਇੰਨੇ ਘੰਟੇ ਡਿਊਟੀ ਕਰਨੀ ਪੈਂਦੀ ਹੈ। ਤੇ ਕਈ ਵਾਰੀ ਆਪਣੇ ਮਾਈਂਡ ਵਿੱਚ ਹੀ ਇਹੋ ਜਿਹੀ ਚੀਜ਼ ਤਿਆਰ ਕਰ ਲੈਂਦੇ, ਫਲਾਣਾ ਤੇ ਰਾਤੋਂ ਰਾਤ ਅਮੀਰ ਬਣ ਗਿਆ, ਮੈਂ ਅਮੀਰ ਨਹੀਂ ਅਜੇ ਤੱਕ ਬਣ ਪਾਇਆ, ਉਹਨੇ ਫਲਾਣੀ ਚੀਜ਼ ਨੂੰ ਹੱਥ ਪਾਇਆ, ਉਹ ਖੁਸ਼ਕਿਸਮਤ ਹੈ, ਉਹ ਚੀਜ਼ ਨੇ ਵੀ ਉਹਨੂੰ ਲਾਭ ਦੇ ਦਿੱਤਾ, ਦੂਜੀ ਚੀਜ਼ ਨੂੰ ਹੱਥ ਪਾਇਆ, ਦੂਜੀ ਨੇ ਵੀ ਲਾਭ ਦੇ ਦਿੱਤਾ, ਉਹ ਰਾਤੋਂ ਰਾਤ ਹੀ ਅਮੀਰ ਬਣ ਗਿਆ। ਇਹੋ ਜਿਹੀਆਂ ਸਟੋਰੀਆਂ ਤਿਆਰ ਕਰਦੇ ਨੇ ਲੋਕ, ਪਰ ਮੈਂ ਹਰ ਵੇਲੇ ਕੰਮ ਹੀ ਕਰਦਾ ਰਹਿਣਾ, ਮੇਰੀ ਤੇ ਕਿਸਮਤ ਹੀ ਬੜੀ ਖਰਾਬ ਹੈ। ਪਿਆਰਿਓ, ਇਹ ਮੇਰੀ ਬੇਨਤੀ ਏ, ਜਿਹੜੇ ਇਹੋ ਜਿਹੇ ਲੋਕ ਨੇ ਨਾ, ਜਿਨ੍ਹਾਂ ਦੇ ਇਹੋ ਜਿਹੇ ਵਿਚਾਰ ਨੇ, ਉਹ ਆਪਣੇ ਅੰਦਰ ਆਟੋਮੈਟਿਕ ਦੂਜਿਆਂ ਦੇ ਪ੍ਰਤੀ ਈਰਖਾ ਪਾਲਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹਨਾਂ ਦੇ ਜਿਹੜੇ ਵਿਚਾਰ ਨੇ ਨਾ, ਉਹ ਤਰਸਯੋਗ ਵਿਚਾਰ ਨੇ ਅਸਲੀਅਤ ਵਿੱਚ, ਤੇ ਉਹ
ਆਟੋਮੈਟਿਕ ਨਾ ਚਾਹੁੰਦਿਆਂ ਹੋਇਆਂ ਵੀ ਦੂਜਿਆਂ ਨਾਲ ਈਰਖਾ ਕਰ ਰਹੇ ਨੇ। ਦੂਜਿਆਂ ਨਾਲ ਈਰਖਾ, ਫਲਾਣਾ ਤੇ ਇਦਾਂ ਦੀਆਂ ਗੱਲਾਂ ਕਰਦਾ, ਫਲਾਣਾ ਤੇ WhatsApp ਚਲਾਉਂਦਾ, Facebook Instagram ਵਿੱਚ ਬੜਾ ਵਿਹਲਾ ਰਹਿੰਦਾ, ਮੈਨੂੰ ਤੇ ਕੰਮ ਕਰਨਾ ਪੈ ਰਿਹਾ। ਫਲਾਣਾ ਬੰਦਾ ਉਹ ਤੇ ਰਾਤੋਂ ਰਾਤ ਅਮੀਰ ਬਣ ਗਿਆ, ਉਹ ਕਿੱਡਾ ਖੁਸ਼ਕਿਸਮਤ ਹੈ, ਮੇਰੀ ਕਿਸਮਤ 'ਚ ਤੇ ਲਿਖਿਆ ਹੀ ਕੱਖ ਨਹੀਂ ਹੋਇਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਹੁਣ ਦੂਜੇ ਬੰਦੇ ਵੇਖਿਓ, ਜਿਹੜੇ ਮੈਂ ਪਹਿਲੀ ਸ਼੍ਰੇਣੀ ਦੇ ਬੰਦੇ ਬੋਲੇ ਆ ਨਾ, ਇਹ ਬਹੁ ਗਿਣਤੀ ਵਿੱਚ ਤੁਹਾਨੂੰ ਮਿਲਣਗੇ। ਹੋ ਸਕਦਾ ਤੁਹਾਡੇ ਇਰਦ ਗਿਰਦ ਹੋਣ, ਇਸ ਵੇਲੇ ਵੀ ਤੁਹਾਡੇ ਕੋਲ ਬੈਠੇ ਹੋਣ, ਜਿਹੜੇ ਇਹੋ ਜਿਹਾ ਦ੍ਰਿਸ਼ ਆਪੇ ਹੀ ਉਸਾਰ ਲੈਂਦੇ ਨੇ ਆਪਣੀਆਂ ਨਜ਼ਰਾਂ ਦੇ ਵਿੱਚ ਜਾਂ ਆਪਣੇ ਮਾਈਂਡ ਦੇ ਅੰਦਰ। ਹੁਣ ਦੂਜੇ ਲੋਕ, ਉਹ ਪਤਾ ਕਿਹੜੇ? ਮੈਂ ਜਾਣਦਾ ਵਾਂ ਔਖਾ ਸਮਾਂ ਚੱਲ ਰਿਹਾ ਹੈ, ਪਰ ਪਰਮੇਸ਼ਰ ਸਾਈਂ ਦਾ ਸ਼ੁਕਰ ਹੈ, ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਹੈ, ਉਹਨਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਿਹਤਮੰਦ ਰੱਖਿਆ ਹੋਇਆ ਹੈ। ਦੂਜੇ ਇਹੋ ਜਿਹੇ ਨੇ ਜੀ। ਹੁਣ ਜ਼ਰੂਰ ਪਾਇਓ ਝਾਤੀ, ਸਾਡੀ ਗਿਣਤੀ ਪਹਿਲੇ ਵਾਲਿਆਂ 'ਚ ਕਿ ਦੂਜੇ ਵਾਲਿਆਂ 'ਚ। ਦੂਜਾ ਦ੍ਰਿਸ਼ ਜਿਹੜੇ ਮਾਈਂਡ ਦੇ ਵਿੱਚ ਬਣਾਉਂਦੇ ਨੇ ਲੋਕ, ਮੈਂ ਜਾਣਦਾ ਵਾਂ ਬੜਾ ਔਖਾ ਸਮਾਂ। ਵੇਖੋ ਫਿਰ ਹੁਣ ਕਰੋਨਾ ਦੀ ਤੀਸਰੀ ਲਹਿਰ ਆ ਰਹੀ, ਜਿਹੜੇ ਇਹ ਦੂਜੇ ਤਰ੍ਹਾਂ ਦੇ ਬੰਦੇ ਨੇ ਨਾ, ਜਿਨ੍ਹਾਂ ਦੇ ਅੰਦਰ ਇਹ ਦੂਜਾ ਦ੍ਰਿਸ਼ ਬਣਦਾ, ਮੈਂ ਕਹਿੰਦਾ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਦੀ ਕਦਰ ਕੀਮਤ ਪੈ ਜਾਂਦੀ ਹੈ। ਮੈਂ ਜਾਣਦਾ ਵਾਂ ਮੈਂ ਔਖੇ ਸਮੇਂ ਚੋਂ ਲੰਘ ਰਿਹਾ, ਬਹੁਤ ਔਖਾ ਸਮਾਂ ਚੱਲ ਰਿਹਾ ਹੈ, ਪਰ ਪਰਮੇਸ਼ਰ ਸਾਈਂ ਦਾ ਸ਼ੁਕਰ ਹੈ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਹੈ, ਉਹਨਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਿਹਤਮੰਦ ਰੱਖਿਆ ਹੋਇਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦੂਜੇ ਮੇਰੇ ਬਾਰੇ ਕੀ ਸੋਚਦੇ ਨੇ, ਇਹ ਉਹਨਾਂ ਦਾ ਕਰਮ, ਮੈਨੂੰ ਉਹਨਾਂ ਦੀ ਪਰਵਾਹ ਨਹੀਂ। ਮੈਂ ਇਹ ਨਹੀਂ ਸੋਚਣਾ ਦੂਜੇ ਮੇਰੇ ਬਾਰੇ ਕੀ ਸੋਚਦੇ ਨੇ, ਮੈਨੂੰ ਤੇ ਬਸ ਇੰਨੀ ਚੀਜ਼ ਦੀ ਸਮਝ ਏ ਕਿ ਮੈਂ ਜਿਹੜਾ ਆਪਣਾ ਕੰਮ ਹੈ ਉਹ ਕਿਵੇਂ ਇਮਾਨਦਾਰੀ ਨਾਲ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੂਜੇ ਮੇਰੇ ਬਾਰੇ ਕੀ ਸੋਚਦੇ, ਮੈਨੂੰ ਨਹੀਂ ਟੈਨਸ਼ਨ ਇਸ ਬਾਰੇ, ਕਿਉਂਕਿ ਉਹਨਾਂ ਦੀ ਸੋਚ ਉਹਨਾਂ ਨਾਲ ਹੈ, ਇਹ ਉਹਨਾਂ ਦੇ ਕਰਮ ਨੇ। ਹਾਂ, ਮੈਂ ਜਾਣਦਾ ਵਾਂ ਕਿ ਮੈਂ ਆਪਣੇ ਕੰਮ ਦਾ, ਆਪਣੇ ਕਾਰੋਬਾਰ ਦਾ, ਆਪਣੀ ਨੌਕਰੀ ਦਾ, ਆਪਣੇ ਬਿਜ਼ਨਸ ਦਾ, ਆਪਣੇ ਆਫਿਸ ਦਾ, ਆਪਣੇ ਘਰ ਪਰਿਵਾਰ ਦਾ ਕਿਵੇਂ ਧਿਆਨ ਰੱਖਣਾ ਹੈ। ਮੇਰੇ ਬੱਚੇ ਚੰਗੇ ਨੇ ਤੇ ਮੈਂ ਕਦੀ ਵੀ ਆਪਣੇ ਬੱਚਿਆਂ ਦੀ ਤੁਲਨਾ ਦੂਜੇ ਬੱਚਿਆਂ ਨਾਲ ਨਹੀਂ ਕਰਨੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੀ ਸਿਹਤ ਭਾਵੇਂ ਅੱਜ ਠੀਕ ਨਹੀਂ, ਕਈ ਇਦਾਂ ਦੇ ਵੀ ਹੁੰਦੇ ਨੇ, ਕਈ ਤੇ ਬਿਲਕੁਲ ਸਿਹਤਵਾਨ ਨੇ ਨਾ, ਸਿਹਤਮੰਦ ਨੇ, ਪਰ ਕਈਆਂ ਦੀ ਸਿਹਤ ਵੀ ਢਿੱਲੀ ਏ। ਉਹ ਵੀ ਆਪਣੇ ਅੰਦਰ ਕਈ ਵਾਰੀ ਇਹੋ ਹੀ ਸੋਚਦੇ, ਮੇਰੀ ਸਿਹਤ ਭਾਵੇਂ ਠੀਕ ਨਹੀਂ, ਪਰ ਪਰਮੇਸ਼ਰ ਦਾ ਸ਼ੁਕਰ ਏ ਕਿ ਮੈਨੂੰ ਉਹਨੇ ਸਵਾਸ ਦਿੱਤੇ ਨੇ, ਮੈਂ ਜੀ ਰਿਹਾ, ਤੇ ਮੈਂ ਆਪਣੇ ਇਸ ਜੀਵਨ ਨੂੰ, ਜਿਹੋ ਜੀ ਵੀ ਮੇਰੀ ਹਾਲਾਤ ਏ, ਆਪਣੇ ਜੀਵਨ ਨੂੰ ਮੈਂ ਹੁਣ ਬਿਹਤਰ ਬਣਾਉਣ ਦਾ ਯਤਨ ਕਰਾਂਗਾ। ਹਾਂਜੀ, ਕਈ ਤੇ ਹਰ ਵੇਲੇ ਚਿੜੀ ਜਾਂਦੇ ਆ ਨਾ, ਬਸ ਤਾਨੇ ਮੇਣੇ ਰੱਬ ਨੂੰ, ਦੂਜਿਆਂ ਵਾਲੀ ਵੇਖੀ ਗਏ, ਦੂਜੇ ਨੇ ਇਦਾਂ ਕਿਉਂ ਕਰਤਾ, ਮੇਰੇ ਬਾਰੇ ਕੀ ਸੋਚਿਆ, ਉਹ ਤੇ ਆਪਣਾ ਹੀ ਭਲਾ ਸੋਚਦਾ, ਉਹ ਤੇ ਇਦਾਂ ਦਾ, ਉਹ ਤੇ ਇਦਾਂ ਦਾ। ਤੇ ਇੱਕ ਇਹੋ ਜਿਹੇ ਵੀ ਨੇ, ਭਾਵੇਂ ਮੇਰੀ ਅੱਜ ਸਿਹਤ ਠੀਕ ਨਹੀਂ, ਪਰ ਸ਼ੁਕਰ ਹੈ ਮੈਂ ਜਿਉਂਦਾ ਤੇ ਹਾਂ, ਤੇ ਮੈਂ ਆਪਣੇ ਇਸ ਜੀਵਨ ਨੂੰ ਹੋਰ ਬਿਹਤਰ ਬਣਾਉਣ ਦਾ ਯਤਨ ਕਰਾਂਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਦੀ ਤੁਸੀਂ ਨੋਟ ਕਰਨਾ, ਕੋਈ ਵੀ ਇਹੋ ਜਿਹਾ ਜੀਵਨ ਨਹੀਂ, ਕੋਈ ਵੀ ਇਹੋ ਜਿਹਾ ਬੰਦਾ ਨਹੀਂ, ਕੋਈ ਵੀ ਇਹੋ ਜਿਹਾ ਮਨੁੱਖ ਨਹੀਂ ਜਿਹਦੀ ਲਾਈਫ ਵਿੱਚ ਸਭ ਕੁਝ ਪੂਰਾ ਹੋਵੇ, ਜਿਹੜਾ ਪੂਰੀ ਤਰ੍ਹਾਂ ਸੰਪੂਰਨ ਹੋਵੇ ਬੰਦਾ। ਕੋਈ ਵੀ ਬੰਦਾ ਨਹੀਂ ਪੂਰਾ, ਤੇ ਕੇਵਲ ਪਰਮੇਸ਼ਰ ਹੈ, ਮੇਰਾ ਸਾਈਂ ਹੈ, ਜਾਂ ਬਾਬਾ ਦੀਪ ਸਿੰਘ ਉਹਦੇ ਸ਼ਹੀਦ ਸਿੰਘ ਨੇ। ਅਸੀਂ ਇਨਸਾਨ ਆ, ਅਸੀਂ ਅਧੂਰੇ ਆ। ਕੋਈ ਵੀ ਜੀਵਨ ਇਹੋ ਜਿਹਾ ਨਹੀਂ ਜਿਹਦੇ ਵਿੱਚ ਸਭ ਕੁਝ ਸੰਪੂਰਨ ਹੋਵੇ, ਪਰ ਜਿਹੜੇ ਪਹਿਲੇ ਦ੍ਰਿਸ਼ ਵਾਲੇ ਲੋਕ ਨੇ ਨਾ, ਉਹ ਦੂਜੇ ਦ੍ਰਿਸ਼ ਵਾਲੇ ਲੋਕਾਂ ਤੋਂ ਜ਼ਿਆਦਾ ਦੁਖੀ ਰਹਿੰਦੇ ਨੇ, ਤੇ ਜਿਹੜੇ ਦੂਜੇ ਲੋਕ ਨੇ ਨਾ, ਦੂਜੇ ਦ੍ਰਿਸ਼ ਵਾਲੇ, ਉਹ ਪਿਆਰਿਓ
ਆਪਣੀ ਲਾਈਫ ਦੇ ਵਿੱਚ ਜਿਹੜੇ ਹਰ ਹਾਲ ਦੇ ਵਿੱਚ ਪਰਮੇਸ਼ਰ ਦਾ ਸ਼ੁਕਰ ਅਦਾ ਕਰਦੇ ਨੇ, ਸ਼ੁਕਰੀਆ ਅਦਾ ਕਰਦੇ ਨੇ, ਸ਼ੁਕਰਗੁਜ਼ਾਰ ਜਿਹੜੇ ਪਰਮੇਸ਼ਰ ਦੇ ਰਹਿੰਦੇ ਨੇ, ਜਿਹੜੇ ਹਰ ਵੇਲੇ ਉਹਦਾ ਸ਼ੁਕਰਾਨਾ ਕਰਦੇ ਨੇ ਤੇ ਆਪਣੀ ਲਾਈਫ ਤੋਂ ਜਿਹੜੇ ਸੰਤੁਸ਼ਟ ਨੇ ਨਾ, ਕਦੀ ਨੋਟ ਕਰਨਾ ਉਹ ਹਜ਼ਾਰਾਂ ਲੱਖਾਂ ਦੇ ਨਾਲੋਂ ਖੁਸ਼ ਰਹਿੰਦੇ ਨੇ। ਆਖੋ ਵਾਹਿਗੁਰੂ ਜੀ। ਉਹਨਾਂ ਦੀ ਲਾਈਫ ਦੇ ਵਿੱਚ ਭਾਵੇਂ ਚੀਜ਼ਾਂ ਦੀ ਗਿਣਤੀ ਘੱਟ ਹੋਵੇ, ਸੁੱਖ ਸਹੂਲਤਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਉਹ ਤਾਂ ਵੀ ਖੁਸ਼ ਨੇ। ਤੇ ਜਿਹੜੇ ਪਹਿਲੇ ਦ੍ਰਿਸ਼ ਵਾਲੇ ਬੰਦੇ ਜਿਨ੍ਹਾਂ ਦੀ ਗੱਲ ਤੁਸੀਂ ਸੁਣੀ ਹੈ, ਉਹਨਾਂ ਦੀ ਲਾਈਫ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਸੁੱਖ ਸਾਧਨ ਹੋਣ, ਪਰ ਸਭ ਕੁਝ ਦੇ ਹੁੰਦੇ ਆ ਉਹ ਦੁਖੀ ਰਹਿੰਦੇ, ਕਲਪਦੇ ਹੀ ਰਹਿੰਦੇ ਨੇ। ਇਹ ਮੇਰੀ ਬੇਨਤੀ ਹੈ। ਅਸਲੀਅਤ ਦੇ ਵਿੱਚ ਗੱਲ ਕੀ ਹੈ? ਸਾਡੇ ਵਿਚਾਰ ਹੀ ਸਾਨੂੰ ਦੁਖੀ ਕਰਦੇ ਨੇ, ਵਿਚਾਰ ਹੀ ਸਾਨੂੰ ਸੁਖੀ ਕਰਦੇ ਨੇ। ਤੇ ਜੇ ਅਸੀਂ ਸੰਗਤ ਕਰਦੇ ਆ ਨਾ ਪਿਆਰਿਓ, ਇਹ ਜੋ ਅਸੀਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਪਰਿਵਾਰਕ ਮੈਂਬਰ ਰੋਜ਼ ਜੁੜਦੇ ਆ ਨਾ, ਆਪਣੇ ਵਿਚਾਰ ਇਹੋ ਜਿਹੇ ਰੱਖੀਏ ਕਿ ਜਿਨ੍ਹਾਂ ਵਿਚਾਰਾਂ ਦੇ ਕਰਕੇ ਸਾਡੀ ਜ਼ਿੰਦਗੀ ਖੁਸ਼ਹਾਲ ਬਣ ਜਾਵੇ। ਇਹ ਨਾ ਹੋਵੇ ਸਭ ਕੁਝ ਹੈ ਸਾਡੇ ਕੋਲ ਪਰ ਵਿਚਾਰ ਸਾਡੇ ਸਹੀ ਨਹੀਂ ਤੇ ਉਹਦੇ ਕਰਕੇ ਸਾਡੀ ਜ਼ਿੰਦਗੀ ਨਰਕ ਬਣੀ ਹੋਵੇ। ਇਹ ਹਿਸਾਬ ਨਾ ਹੋਵੇ। ਜੇ ਅਸੀਂ ਸੰਗਤ ਕਰਦੇ ਆ ਨਾ ਤੇ ਪਿਆਰਿਓ, ਇਹ ਸਾਡੇ ਵਿਚਾਰ ਜਿਹੜੇ ਨੇ ਨਾ, ਸਾਡੇ ਅੰਦਰਲੇ ਜਿਹੜੇ ਵਿਚਾਰ ਨੇ, ਇਹ ਸਾਡੀ ਹਰ ਜਗ੍ਹਾ ਤੇ ਅਗਵਾਈ ਕਰਦੇ ਨੇ। ਆਪਣੇ ਵਿਚਾਰ ਸਹੀ ਰੱਖੀਏ। ਜਿਨ੍ਹਾਂ ਵਿਚਾਰਾਂ ਨੂੰ ਰੱਖਣ ਦੇ ਨਾਲ ਸਾਨੂੰ ਇੱਕ ਅਨੋਖੀ ਸ਼ਾਂਤੀ, ਇੱਕ ਅਨੋਖੀ ਸੰਤੁਸ਼ਟੀ ਮਿਲੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਕੋਲ ਬਹੁਤ ਕੁਝ ਹੈ, ਬਹੁਤ ਕੁਝ। ਉਸ ਬਹੁਤ ਕੁਝ ਦਾ ਸ਼ੁਕਰਾਨਾ ਕਰੋ, ਬਹੁਤ ਕੁਝ ਦਾ ਧੰਨਵਾਦ ਕਰੋ ਪਰਮੇਸ਼ਰ ਸਾਈਂ ਦਾ, ਜਿਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ। ਐਵੇਂ ਗਿਲੇ ਸ਼ਿਕਵੇ ਕਰਕੇ ਆਪਣੇ ਜੀਵਨ ਨੂੰ, ਆਪਣੇ ਘਰ ਨੂੰ, ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਇਹ ਮੇਰੀ ਬੇਨਤੀ ਹੈ। ਆਪੇ ਸਟੋਰੀਆਂ ਆਪਣੇ ਮਾਈਂਡ ਵਿੱਚ ਘੜ ਕੇ ਪਿਆ ਰਹੋ। ਆਪਣੀ ਲਾਈਫ, ਆਪਣੇ ਪਰਿਵਾਰ ਦੀ ਲਾਈਫ ਨੂੰ ਗਿਰਾਵਟ ਵਿੱਚ ਨਾ ਲਿਆਓ। ਇਹ ਮੇਰੀ ਸਿਨੇਮਰ ਬੇਨਤੀ ਹੈ ਜੀ। ਨੇਕ ਇਨਸਾਨ ਬਣੋ, ਚੰਗੇ ਇਨਸਾਨ ਬਣੋ। ਗੁਰੂ ਮਿਹਰ ਕਰੇ। ਬੇਨਤੀ ਹੈ ਕਿ ਅੰਮ੍ਰਿਤਸਰ ਸਾਹਿਬ ਜਦੋਂ ਵੀ ਆਓ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਕਿਸ ਵਾਸਤੇ? ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਜੋ ਤੁਹਾਡਾ ਰਾਮ ਤੀਰਥ ਰੋਡ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਣਿਆ, ਜਿਹਦੇ ਅਧੀਨ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿਸ ਸਕੂਲ ਦੇ ਵਿੱਚ ਵਿਧਵਾ ਬੀਬੀਆਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਨੇ, ਔਰ ਗ੍ਰੰਥੀ ਸਿੰਘਾਂ ਦੇ ਬੱਚੇ CBSE ਸਕੂਲ ਵਿੱਚ ਪਲੇ ਪੈਣ ਤੋਂ 10ਵੀਂ ਤੱਕ ਬਿਲਕੁਲ ਫ੍ਰੀ ਪੜ੍ਹਾਈ, ਬਿਲਕੁਲ ਫ੍ਰੀ ਸਿੱਖਿਆ ਲੈ ਰਹੇ। ਇਹ ਰਾਮ ਤੀਰਥ ਰੋਡ ਤੇ ਤੁਹਾਡਾ ਹਸਪਤਾਲ ਬਣਿਆ ਹੈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਸ ਹਸਪਤਾਲ 'ਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਜਿੰਨੇ ਵੀ ਟੈਸਟ ਨੇ ਸਾਰੇ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 113 ਰੁਪਏ 'ਚ। ਜਿਹੜੀ ਦਵਾਈ ਬਾਜ਼ਾਰੋਂ 100 ਦੀ ਮਿਲਦੀ, ਇੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਇਹ ਵੀ ਨਾ ਦੇ ਸਕੇ ਲੋੜਮੰਦਾਂ ਲਈ ਇਹ ਬਿਲਕੁਲ ਫ੍ਰੀ ਹੈ ਹਸਪਤਾਲ। ਇੱਥੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। ਲੰਗਰ ਚੱਲਦਾ ਹੈ 11 ਤੋਂ 4 ਵਜੇ ਤੱਕ ਰੋਜ਼ਾਨਾ। 2000 ਤੋਂ ਵੀ ਵੱਧ ਪ੍ਰੇਮੀ ਪ੍ਰਸ਼ਾਦਾ ਪਾਣੀ ਰੋਜ਼ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਉਸ ਗੱਡੀ ਦੇ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਪਿਆਰਿਓ, ਇਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। 10ਵੀਂ ਪਾਸ ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਕਥਾ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲੇ ਦੀ, ਸੰਧਿਆ ਦੇ ਵੇਲੇ ਦੀ ਸੰਭਾਲ, ਬੱਚਿਆਂ ਦਾ ਜੀਵਨ ਉੱਚਾ ਸੁੱਚਾ ਬਣੇ, ਇਹ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਬੱਚਿਆਂ ਦੀ ਸਿਹਤ ਠੀਕ ਰਵੇ, ਖੇਡਾਂ ਦਾ ਵੀ ਪ੍ਰਬੰਧ, ਘੋੜ ਸਵਾਰੀ ਦਾ ਵੀ, ਜਿਮ ਦਾ ਪ੍ਰਬੰਧ ਵੀ। ਤੇ ਬੱਚੇ ਅੱਜ ਕੱਲ੍ਹ ਦੇ ਮਾਹੌਲ ਨਾਲ ਹਾਣੀ ਬਣ ਕੇ ਚੱਲਣ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਨੇ। ਇਹ ਸਾਰੇ ਕਾਰਜ ਇੱਥੇ ਚੱਲ ਰਹੇ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਪ੍ਰਾਰੰਭ ਹੋ ਚੁੱਕੀ ਹੈ। ਕਦੀ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ। ਔਰ ਨਵੀਂ ਜਗ੍ਹਾ 15,500 ਗਜ ਜਗ੍ਹਾ ਜੋ ਪਿਤਾ ਜੀ ਨੇ ਦਿੱਤੀ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਬਣਨਾ ਹੈ।
68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਉਸ ਪਾਰਕ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦਾ ਇਲਾਜ ਹੋਣਾ। ਇਹ ਨਵੀਂ ਜਗ੍ਹਾ ਤੇ ਬਣਨਾ ਹੈ ਪਾਰਕ। ਨਵੀਂ ਜਗ੍ਹਾ ਤੇ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਨਾ ਹੈ। ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਨਿਵਾਸ ਅਸਥਾਨ ਬਣਨਾ ਹੈ। ਜਦੋਂ ਵੀ ਸੰਗਤਾਂ ਇੱਥੇ ਆਉਣ 2 ਦਿਨ 4 ਦਿਨ 5 ਦਿਨ 10 ਦਿਨ ਜਿੰਨੇ ਦਿਨ ਵੀ ਰਹਿਣਾ ਚਾਹੁਣ ਰਹਿ ਸਕਦੀਆਂ। ਸਰਾਂ ਬਣਨੀ ਬਾਬਾ ਦੀਪ ਸਿੰਘ ਜੀ ਦਾ ਨਿਵਾਸ ਅਸਥਾਨ। ਅਕੈਡਮੀ ਵੱਡੇ ਰੂਪ 'ਚ ਬਣਨੀ। ਤੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਸਿਨੇਮਰ ਬੇਨਤੀ ਹੈ ਜੀ, ਪੱਕੇ ਡੋਨਰ ਬਣੋ। ਮਹੀਨਾਵਾਰੀ ਡੋਨਰ ਪੱਕੇ ਬਣ ਜਾਓ ਕਿ ਇਹਨਾਂ ਦਸਵੰਧ ਅਸੀਂ ਮਹੀਨੇ ਦਾ ਕੱਢਣਾ ਹੀ ਕੱਢਣਾ ਹੈ ਬਾਬਾ ਦੀਪ ਸਿੰਘ ਜੀ ਦੀਆਂ ਇਹਨਾਂ ਸੇਵਾਵਾਂ ਦੇ ਲਈ। ਟਰਸਟ ਦੇ ਅਕਾਊਂਟ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ। ਕੋਟਕ ਮਹਿੰਦਰਾ ਬੈਂਕ ਦਾ ਅਕਾਊਂਟ ਨੰਬਰ ਵੀ ਆ ਰਿਹਾ, ਪੰਜਾਬ ਨੈਸ਼ਨਲ ਬੈਂਕ ਦਾ ਵੀ ਆ ਰਿਹਾ। ਇਹ ਕੁਝ ਸਮਾਂ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਇਹ ਰਹਿਣਗੇ ਅਕਾਊਂਟ ਨੰਬਰ। ਤੁਸੀਂ ਸਕਰੀਨਸ਼ਾਟ ਲੈ ਲਓ ਤੇ ਪੱਕੇ ਡੋਨਰ ਬਣ ਜਾਓ ਪਿਤਾ ਜੀ ਦੀ ਕਿਰਪਾ ਸਦਕਾ। 100 ਰੁਪਇਆ 500 1000 10000 20,000 ਜਿੰਨੀ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੋਈ ਤੇ ਆਪ ਜੀ ਪੱਕੇ ਡੋਨਰ ਬਣੋ। ਕਾਰਨ ਕੀ ਹੈ? ਕਿਉਂਕਿ ਜਦੋਂ ਤੁਸੀਂ ਸਪੋਰਟ ਦਿਓਗੇ ਨਾ ਫਿਰ ਇਹ ਕਾਰਜ ਨਿਰੰਤਰ ਜਾਰੀ ਰਹਿਣਗੇ। ਇਹ ਕੋਈ ਬੰਦੇ ਦੇ ਕੰਮ ਤੇ ਹੈ ਨਹੀਂ, ਇਹ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਤੇ ਸੰਗਤ ਜੀ ਤੁਹਾਡੇ ਕਾਰਜ ਨੇ। ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਤੁਹਾਨੂੰ ਇੱਕ ਸ਼ਾਂਤੀ ਮਿਲੇਗੀ ਜਦੋਂ ਤੁਹਾਡਾ ਦਿੱਤਾ ਹੋਇਆ ਦਸਵੰਧ ਤੁਸੀਂ ਆ ਕੇ ਤੱਕੋਗੇ। ਵਿਧਵਾ ਬੀਬੀਆਂ ਦੇ ਮੁਖ ਦੇ ਵਿੱਚ ਅੰਨ ਦਾ ਦਾਣਾ ਬਣ ਕੇ ਪੈ ਰਿਹਾ। ਆ ਕੇ ਤੱਕੋਗੇ ਜਦੋਂ ਕਿ ਬਾਬੇ ਨਾਨਕ ਦੀ ਰਸੋਈ ਦੇ ਵਿੱਚ ਲੋੜਵੰਦ ਜਦੋਂ ਲੰਗਰ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲ ਰਹੀਆਂ ਨੇ ਜਿਹੜੇ ਤੁਸੀਂ ਇਹ ਪੱਕੇ ਡੋਨਰ ਬਣਦੇ ਹੋ। ਆ ਕੇ ਤੱਕੋ ਸਕੂਲ ਦੇ ਵਿੱਚ ਕਿਵੇਂ ਬੱਚੇ ਦੁਨਿਆਵੀ ਪੜ੍ਹਾਈ ਵੀ, ਪਰਮਾਰਥ ਦੀ ਪੜ੍ਹਾਈ ਵੀ, ਅਕੈਡਮੀ ਦੇ ਵਿੱਚ ਅਧਿਆਤਮਿਕ ਪੜ੍ਹਾਈ, ਇਹ ਸਾਰੀਆਂ ਸਿੱਖਿਆਵਾਂ ਲੈ ਰਹੇ ਨੇ ਤੁਹਾਡੇ ਕਿਣਕੇ ਕਿਣਕੇ ਦੇ ਨਾਲ। ਤੇ ਅਸੀਸਾਂ ਦੇ ਪਾਤਰ ਫਿਰ ਤੁਸੀਂ ਬਣਦੇ ਹੋ। ਤੁਸੀਂ ਇਹ ਵਿਧਵਾ ਬੀਬੀਆਂ ਦੀ ਬਾਂਹ ਫੜੀ ਹੈ, ਲੰਗਰ ਦੇ ਵਿੱਚ ਹਿੱਸਾ ਪਾ ਰਹੇ ਹੋ। ਜਿਹੜੇ ਬੱਚੇ ਸਿੱਖਿਆ ਲੈ ਰਹੇ ਉਹਨਾਂ ਦੀ ਬਾਂਹ ਫੜੀ। ਤੇ ਪਿਆਰਿਓ ਮੈਂ ਸੱਚ ਕਹਿਣਾ, ਤੁਹਾਡੇ ਬੱਚਿਆਂ ਦੀ ਬਾਂਹ ਬਾਬਾ ਦੀਪ ਸਿੰਘ ਆਪ ਫੜਨ ਗਿਆ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇਹ ਜਰੂਰ ਪੱਕੇ ਡੋਨਰ ਸਾਰੇ ਬਣੋ। ਪੇਟੀਐਮ ਵੀ, ਗੂਗਲ ਪੇ ਵੀ ਨੰਬਰ ਤੁਹਾਡੇ ਕੋਲ ਹੈ ਹੀ 9150 99513। ਇਹਦੇ ਤੇ ਆਪ ਜੀ ਸੇਵਾ ਇਦਾਂ ਵੀ ਭੇਜ ਸਕਦੇ ਹੋ। ਤੇ ਬਾਕੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵਿੱਚ ਭਾਵੇਂ ਜਿਹੜਾ 20 ਤਰੀਕ ਦਾ ਸਮਾਗਮ ਹੁੰਦਾ ਹੈ, 27 ਤਰੀਕ ਦਾ ਸਮਾਗਮ ਹੁੰਦਾ ਹੈ, ਉਹਦੀ ਸੇਵਾ ਜਿਹੜਾ 3 ਤੋਂ 4 ਚੱਲਦਾ ਹੈ, ਇਹ ਸ਼ਬਦ ਦਾ ਲੰਗਰ ਹੈ, ਗੁਰ ਸ਼ਬਦ ਦਾ ਲੰਗਰ 3 ਤੋਂ 4 ਵਾਲਾ। ਤੇ ਭਾਵੇਂ ਗੁਰ ਸ਼ਬਦ ਦੇ ਲੰਗਰ 'ਚ ਕਿਸੇ ਵੀ ਦਿਨ ਦੇ ਸਮਾਗਮ ਦੀ ਕੋਈ ਸੇਵਾ ਲੈਣੀ ਚਾਹੁੰਦਾ ਹੋਵੇ, ਨੰਬਰਾਂ ਤੇ ਸੰਪਰਕ ਆਪ ਜੀ ਕਰ ਸਕਦੇ ਹੋ ਜੀ। ਸਵੇਰੇ 10 ਤੋਂ 11 ਰੋਜ਼ ਜਿੱਥੇ 3 ਤੋਂ 4 ਜੁੜਦੇ ਹੋ, 10 ਤੋਂ 11 ਵੀ PTC ਸਿਮਰਨ ਤੇ ਦਾਸਾਂ ਵੱਲੋਂ ਸਮਾਗਮ ਆਉਂਦਾ ਹੈ। ਤੇ ਇੱਕ ਬੇਨਤੀ ਕਰਕੇ ਮੈਂ ਸ਼ਬਦ ਪੜਨ ਲੱਗਾ। 20 ਤਰੀਕ ਆ ਰਹੀ ਹੈ, 20 ਤਰੀਕ ਨੂੰ ਕੌਲਸਰ ਸਾਹਿਬ ਸਮਾਗਮ ਹੈ। 6:30 ਤੋਂ 9 ਵਜੇ ਤੱਕ, ਸ਼ਾਮ ਨੂੰ 6:30 ਤੋਂ 9 ਵਜੇ ਤੱਕ ਸਭ ਨੇ ਦਰਸ਼ਨ ਦੇਣੇ। 7:45 ਦੇ ਕਰੀਬ ਦਾਸ ਕੀਰਤਨ ਸ਼ੁਰੂ ਕਰੇਗਾ। ਪਹਿਲੇ ਹੋਰ ਜਥੇ ਹਾਜ਼ਰੀਆਂ ਭਰਨਗੇ। ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਆਗਮਨ ਦਿਹਾੜਾ ਆ ਰਿਹਾ। 26 ਤੇ 27 ਤਰੀਕ ਨੂੰ ਦੋਵੇਂ ਦਿਨ ਰਾਮ ਤੀਰਥ ਰੋਡ ਦਾਤਾ ਬੰਦੀ ਛੋੜ ਪਬਲਿਕ ਸਕੂਲ ਵਿਖੇ ਇਹ ਧੂਮ-ਧਾਮ ਦੇ ਨਾਲ ਮਨਾਇਆ ਜਾਏਗਾ। 27 ਤਰੀਕ ਦਾ ਚੁਪਹਿਰਾ ਸਵੇਰੇ 10 ਤੋਂ ਸ਼ਾਮੀ 4, ਉਹਦੇ 'ਚ ਤੇ ਪਹੁੰਚਣਾ ਹੀ ਹੈ ਦੋਵੇਂ ਦਿਨ, ਕਿਉਂਕਿ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਦੋਵੇਂ ਦਿਨ ਤੁਸੀਂ ਲੈਣੀਆਂ। ਸਾਲਾਨਾ ਜੋੜ ਮੇਲਾ। ਤੇ 26 ਤਰੀਕ ਦਾ ਵੀ ਜਿਹੜਾ ਦੀਵਾਨ ਹੈ ਤਕਰੀਬਨ 11 ਵਜੇ ਤੋਂ ਲੈ ਕੇ 3-4 ਵਜੇ ਤੱਕ, ਉਹਦੇ 'ਚ ਵੀ ਸਭ ਨੇ ਦਰਸ਼ਨ ਦੇਣੇ ਪਰਿਵਾਰਾਂ ਸਮੇਤ। ਤੇ ਮੈਂ ਜਿਵੇਂ ਅੱਗੇ ਕਿਹਾ ਸੀ, ਸਾਡੇ ਕੋਲ ਬੇਸ਼ੱਕ ਅਜੇ ਜਗ੍ਹਾ ਦਾ ਇੰਨਾ ਪ੍ਰਬੰਧ ਨਹੀਂ ਰੋਕਣ ਦਾ ਤੁਹਾਨੂੰ, ਪਰ ਜਿੰਨਾ ਕਰ ਸਕਾਂਗੇ, ਜਿਹੜੇ ਰੁਕਣਾ ਚਾਹੋ ਰੁਕ ਵੀ ਸਕੋਗੇ, ਜੀ ਆਇਆਂ ਨੂੰ। ਤੇ ਆਪ ਜੀ ਰੁਕਣਾ ਚਾਹੋਗੇ ਜਿਹੜੇ, ਤੁਹਾਡਾ ਯੋਗ ਪ੍ਰਬੰਧ ਅਸੀਂ ਕਰ ਦਿਆਂਗੇ ਰੁਕਣ ਦਾ। 26 ਤੇ 27 ਤਰੀਕ ਦੋਵੇਂ ਦਿਨ ਤੁਸੀਂ ਇੱਥੇ ਆਨੰਦ ਪਿਤਾ ਜੀ ਦੀ ਕਿਰਪਾ ਦਾ ਸਦਕਾ ਮੰਨਣਾ। ਮੇਰ ਪਿਤਾ ਜੀ ਦੀ, ਅਸੀਸ ਪਿਤਾ ਜੀ ਦੀ ਆਪ ਜੀਆਂ ਨੇ ਪ੍ਰਾਪਤ ਕਰਨੀ। ਆਓ ਹੁਣ ਬੜੇ ਪਿਆਰ ਦੇ ਨਾਲ ਆਪਾਂ ਸ਼ਬਦ ਪੜ੍ਹਨਾ। ਤੇ ਜਿਹੜਾ ਸ਼ਬਦ ਅੱਜ ਮੈਂ ਪੜ੍ਹਨ ਜਾ ਰਿਹਾ, ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ।
ਅੱਜ ਜਿਹੜਾ ਮੈਂ ਸ਼ਬਦ ਪੜਨ ਜਾ ਰਿਹਾ, ਇਹ ਸ਼ਬਦ चित्रगुप्त जब लेखा मंगै तब कौन परदा तेरा ढाकै। गुरु अर्जन देव पातशाह जी का उच्चारण किया शब्द गुरु ग्रंथ साहिब जी के 616 नंबर अंग के उत्ते दर्ज है। आओ ये शब्द दे विच सतगुरु सानू की समझाउणा चाह रहे ने। पिता जी सेवा लैण, बड़े प्यार दे विच इस शब्द का गायन सारे रल मिल के करियो जी। लेखा मांगे लेखा मांगे चित्रगुप्त जब लेखा मांगे। लेखा मांगे लेखा मांगे चित्रगुप्त जब लेखा मांगे। लेखा मांगे लेखा मांगे चित्रगुप्त जब लेखा मांगे। चित्रगुप्त जब लेखा मांगे। चित्रगुप्त जब लेखा मांगे। लेखा मांगे लेखा मांगे चित्रगुप्त जब लेखा मांगे। चित्रगुप्त जब लेखा मांगे। अब कौन पर्दा तेरा ढाके। तब कौन पर्दा तेरा ढाके। लेखा मांगे लेखा मांगे चित्रगुप्त जब लेखा मांगे। चित्रगुप्त जब लेखा मांगे। लेखा मांगे लेखा मांगे चित्रगुप्त जब लेखा मांगे। चित्रगुप्त जब लेखा मांगे। तब कौन पर्दा तेरा ढाके। तब कौन पर्दा तेरा ढाके। लेखा मांगे लेखा मांगे चित्रगुप्त जब लेखा मांगे। चित्रगुप्त जब लेखा मांगे। माया मोह मगन अंधियारे देवन हार ना जाने। माया मोह मगन अंधियारे देवन हार ना जाने। पंचम पातशाह कह रहे, आखो वाहिगुरु जी। वाहिगुरु जी। कहंदे बंदा ना माया दे मोह दे विच मस्त रह के, जिस साहिब ने सब कुछ दिता है ओदे नाल डूंगी सांझ नहीं बना पाउंदा। माया दे ना मोह दे विच इहो जिहा हनेरे दे विच फस जांदा है कि जिस परमेश्वर साईं ने सारियां दातां दित्तियां ना उन्होंने भुला देंदा है। ते कई वारी हुंदा ये है
ਕਿ ਮਤ ਦੇ ਉੱਤੇ ਮਾਇਆ ਦੇ ਮੋਹ ਦਾ ਇਹੋ ਜਿਹਾ ਪਰਦਾ ਪੈ ਜਾਂਦਾ ਹੈ, ਸਭ ਦਾਤਾਂ ਦੇਣ ਵਾਲੇ ਦਾਤੇ ਨੂੰ ਭੁਲਾ ਦਿੰਦਾ ਹੈ ਤੇ ਆਪ ਹੀ ਦਾਤਾ ਬਣ ਜਾਂਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਜਿਹੜੀਆਂ ਚੀਜ਼ਾਂ ਨੇ ਨਾ, ਆ ਜਿਹੜਾ ਸਰੀਰ ਦਿੱਤਾ ਪਰਮੇਸ਼ਰ ਸਾਈਂ ਨੇ, ਜਿਹੜੀ ਜਿੰਦ ਦਿੱਤੀ ਹੈ, ਇਹ ਪੰਜ ਤੱਤਾਂ ਦਾ ਜਿਹੜਾ ਸਰੀਰ ਦਿੱਤਾ ਹੈ, ਇਹ ਜਿਹੜੀ ਦੇਹੀ ਦਿੱਤੀ ਹੈ, ਤੇ ਬੰਦਾ ਕਰਦਾ ਕੀ ਹੈ ਪਿਆਰਿਓ, ਜਿਸ ਪਰਮੇਸ਼ਰ ਸਾਈਂ ਨੇ ਇਸ ਜੀਵ ਨੂੰ ਪੈਦਾ ਕੀਤਾ ਹੈ ਨਾ, ਉਹਨੂੰ ਭੁਲਾ ਕੇ ਜੇ ਕੋਈ ਚੰਗਾ ਕੰਮ ਕਰਦਾ ਹੈ ਤੇ ਬਸ ਇਹੋ ਹੀ ਕਹਿੰਦਾ ਕਿ ਇਹ ਮੈਂ ਕੀਤਾ, ਮੇਰੀ ਤਾਕਤ ਦੇ ਜ਼ੋਰ ਨਾਲ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਤਾਕਤ ਦੇ ਜ਼ੋਰ ਨਾਲ ਹੋਇਆ। ਜੇ ਇਹ ਕੰਮ ਮੈਂ ਨਾ ਕਰਦਾ ਤੇ ਫਿਰ ਇਹ ਕੰਮ ਨੇਪਰੇ ਚੜਨਾ ਹੀ ਨਹੀਂ ਸੀ। ਆਪਣੇ ਬਲ ਦਾ ਮਾਣ ਕਰਦਾ, ਆਪਣੀ ਤਾਕਤ ਦਾ ਮਾਣ ਕਰਦਾ, ਪਰ ਜਿੰਨੇ ਅਸਲੀਅਤ ਵਿੱਚ ਤਾਕਤ ਦਿੱਤੀ ਹੈ ਨਾ, ਉਹਨੂੰ ਭੁਲਾ ਦਿੰਦਾ। ਇਹ ਬੰਦੇ ਦੀ ਹਾਲਤ ਹੈ। ਪਾਤਸ਼ਾਹ ਨੇ ਆ ਹਾਲਾਤ ਬੰਦੇ ਦੇ ਦੱਸੇ ਇਹਨਾਂ ਪੰਕਤੀਆਂ ਦੁਆਰਾ, ਇਹ ਜ਼ਿਕਰ ਕੀਤਾ ਇਹਨਾਂ ਪੰਕਤੀਆਂ ਦੁਆਰਾ। ਕੀ ਕਹਿੰਦੇ? ਮਾਇਆ ਮੋਹ ਮਗਨ ਅੰਧਿਆਰੇ, ਦੇਵਨ ਹਾਰ ਨਾ ਜਾਣੇ। ਮਾਇਆ ਮੋਹ ਮਗਨ ਅੰਧਿਆਰੇ, ਦੇਵਨ ਹਾਰ ਨਾ ਜਾਣੇ। ਜਿਉ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਨੇ। ਲੇਖਾ ਮੰਗੇ ਲੇਖਾ ਮੰਗੇ, ਚਿੱਤਰ ਗੁਪਤ ਜਬ ਲੇਖਾ ਮੰਗੇ। ਚਿੱਤਰ ਗੁਪਤ ਜਬ ਲੇਖਾ ਮੰਗੇ। ਲੇਖਾ ਮੰਗੇ ਲੇਖਾ ਮੰਗੇ, ਚਿੱਤਰ ਗੁਪਤ ਜਬ ਲੇਖਾ ਮੰਗੇ। ਚਿੱਤਰ ਗੁਪਤ ਜਬ ਲੇਖਾ ਮੰਗੇ। ਤਬ ਕੌਣ ਪੜਦਾ ਤੇਰਾ ਟਾਕੇ, ਤਬ ਕੌਣ ਪੜਦਾ ਤੇਰਾ ਟਾਕੇ। ਪੜੋ। ਲੇਖਾ ਮੰਗੇ ਲੇਖਾ ਮੰਗੇ, ਚਿੱਤਰ ਗੁਪਤ ਜਬ ਲੇਖਾ ਮੰਗੇ। ਚਿੱਤਰ ਗੁਪਤ ਜਬ ਲੇਖਾ ਮੰਗੇ। ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ। ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ। ਪਾਤਸ਼ਾਹ ਕਹਿ ਰਹੇ, ਕਹਿੰਦੇ ਇਹ ਮੂਰਖ ਮਣਾ, ਪਰਮੇਸ਼ਰ ਸਾਈਂ ਗੁਰੂ ਰਾਮਦਾਸ ਤੇਰੀ ਹਰ ਕਰਤੂਤ ਨੂੰ, ਤੇਰੇ ਹਰ ਕੀਤੇ ਨੂੰ ਵੇਖ ਰਹੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਚਾਈ ਹੈ ਸਚਾਈ। ਹੱਟ ਪੱਟਣ ਵਿੱਚ ਮੰਦਰ ਪੰਨੇ, ਕਰ ਚੋਰੀ ਘਰ ਆਵੇ। ਅੱਗੋਂ ਦੇਖੈ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਤੇਰੀ ਹਰ ਚੀਜ਼ ਨੂੰ, ਤੇਰੀ ਹਰ ਕਰਤੂਤ ਨੂੰ ਪਰਮੇਸ਼ਰ ਸਾਈਂ ਵੇਖ ਰਹੇ ਨੇ। ਕਈ ਵਾਰੀ ਨਾ ਬੰਦਾ ਜਿੱਥੇ ਕੈਮਰਾ ਲੱਗਾ ਹੋਵੇ ਨਾ, ਕੈਮਰੇ ਦੇ ਡਰ ਤੋਂ ਗਲਤ ਕੰਮ ਨਹੀਂ ਕਰਦਾ। ਕੈਮਰਾ ਲੱਗਾ ਚੌਂਕ ਦੇ ਵਿੱਚ,
ਮੈਂ ਰੈੱਡ ਲਾਈਟ ਕ੍ਰਾਸ ਨਹੀਂ ਕਰਨੀ, ਸਪੀਡ ਲਿਮਟ ਦੇ ਵਿੱਚ ਹੀ ਰਹਿਣਾ, ਸਪੀਡ ਆਪਣੀ ਵਧਾਉਣੀ ਨਹੀਂ। ਪਰ ਜਿੱਥੇ ਕੈਮਰਾ ਨਹੀਂ ਲੱਗਾ, ਕਈ ਵਾਰੀ ਗੱਡੀ ਵੀ ਉੱਥੇ ਤੇਜ਼ ਚਲਾਉਂਦਾ, ਸਪੀਡ ਲਿਮਟ ਭੁੱਲ ਜਾਂਦਾ। ਕਈ ਵਾਰੀ ਚੌਂਕ ਦੇ ਵਿੱਚ ਵੀ ਜਿੱਥੇ ਕੈਮਰਾ ਨਾ ਲੱਗਾ ਹੋਵੇ, ਉਹ ਰੈੱਡ ਲਾਈਟ ਵੀ ਕ੍ਰਾਸ ਕਰ ਦਿੰਦਾ, ਮੈਨੂੰ ਕਿਹੜਾ ਕੋਈ ਵੇਖ ਰਿਹਾ। ਪਰ ਪਿਆਰਿਓ, ਇੱਕ ਮੇਰੀ ਬੇਨਤੀ ਹੈ, ਬੇਨਤੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਕੱਲੀ ਗੱਲ ਮੈਂ ਸੜਕ ਦੇ ਉੱਤੇ ਚੱਲਣ ਦੀ ਨਹੀਂ ਕਰ ਰਿਹਾ, ਲਾਈਫ ਦੇ ਵਿੱਚ ਕਈ ਵਾਰੀ ਇਹੋ ਜਿਹੇ ਕੰਮ ਨੇ। ਹੁਣ ਦੁਕਾਨ ਦੇ ਉੱਤੇ ਬੰਦਾ ਬੈਠਾ ਹੈ, ਹੁਣ ਮੰਨ ਲਓ ਜੋੜ ਲਾਇਆ, ਗਾਹਕ ਦਾ ਬਣਿਆ 2000 ਰੁਪਈਆ, 2000 ਬਣਿਆ, ਪਰ ਗਾਹਕ ਨੇ ਕੀਤਾ ਕਿ ਕਾਲੀ ਕਾਲੀ ਦੇ ਵਿੱਚ 500 ਦੇ ਨਾ 5 ਨੋਟ ਦੇ ਦਿੱਤੇ। 500 ਆ ਗਿਆ ਵੱਧ, ਇਹਨੂੰ ਪਤਾ ਚੱਲ ਗਿਆ ਗਾਹਕ ਦਾ 500 ਵੱਧ ਆ ਗਿਆ, ਤੇ ਉਹ 500 ਨੂੰ ਉਸੇ ਵੇਲੇ ਗੱਲੇ 'ਚ ਪਾ ਲਿਆ। ਮੈਨੂੰ ਕਿਹੜਾ ਕੋਈ ਵੇਖਦਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਮੈਨੂੰ ਕਿਹੜਾ ਕੋਈ ਵੇਖ ਰਿਹਾ? 500 ਵੱਧ ਪਾ ਲਿਆ, ਕੀ ਫਰਕ ਪੈਣਾ? ਤੇਰੀ ਇੱਕ ਇੱਕ ਕੀਤੀ ਹੋਈ ਕਰਤੂਤ ਨੂੰ ਪਰਮੇਸ਼ਰ ਸਾਈਂ ਵੇਖ ਰਿਹਾ। ਜਿੱਥੇ ਕੈਮਰਾ ਲੱਗਾ ਉੱਥੇ ਤੂੰ ਸਾਵਧਾਨਤਾ ਦੇ ਨਾਲ ਚੱਲਦਾ ਹੈ, ਤੇ ਜਿੱਥੇ ਕੈਮਰਾ ਨਹੀਂ ਨਾ ਲੱਗਾ ਉੱਥੇ ਹੋਰ ਸਾਵਧਾਨਤਾ ਦੇ ਨਾਲ ਚੱਲ। ਕਿਉਂ? ਕਿਉਂਕਿ ਮੇਰੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਇੱਥੇ ਕੈਮਰਾ ਲੱਗਿਆ ਹੋਇਆ, ਉਹ ਮੈਨੂੰ ਵੇਖ ਰਹੇ ਨੇ। ਮਹਾਰਾਜ ਕਹਿੰਦੇ, ਇਹ ਮੂਰਖ ਮਨਾ, ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਗੁਰੂ ਰਾਮਦਾਸ ਵੇਖ ਰਹੀ। ਜੋ ਤੂੰ ਕਰਦਾ ਹੈ ਨਾ, ਤੇ ਸਤਿਗੁਰੂ ਸਭ ਕੁਝ ਜਾਣ ਲੈਂਦੇ ਨੇ ਜੋ ਤੂੰ ਕਰਦਾ ਹੈ, ਤੇ ਇੱਥੋਂ ਤੱਕ ਜੋ ਤੂੰ ਕਰਨ ਦੀ ਪਲੈਨਿੰਗ ਵੀ ਕਰਦਾ ਹੈ ਨਾ, ਸਤਿਗੁਰਾਂ ਨੂੰ ਉਹ ਪਲੈਨਿੰਗ ਦਾ ਵੀ ਪਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ, ਜੋ ਕਿਛ ਕਰੈ ਸੋਈ ਸੋਈ ਜਾਣੈ, ਰਹੇ ਨਾ ਕਛੂਐ ਸ਼ਾਨੀ। ਕਹਿੰਦੇ ਜੋ ਜੋ ਵੀ ਤੂੰ ਕਰ ਰਿਹਾ ਨਾ, ਮੈਂ ਤੇ ਇੱਥੋਂ ਤੱਕ ਜੋ ਜੋ ਤੁਸੀਂ ਸੋਚਦੇ ਵੀ ਹੋ, ਅਸੀਂ ਸੋਚਦੇ ਵੀ ਆ। ਸਾਡੀ ਇੱਕ ਇੱਕ ਸੋਚ ਦਾ ਮਾਲਕ ਪਿਤਾ ਜੀ ਨੂੰ ਪਤਾ ਹੈ, ਤੇ ਇਸ ਕਰਕੇ ਅਸੀਂ ਸੋਚ ਵੀ ਇਹੋ ਜਿਹੀ ਰੱਖੀਏ, ਆਪਣੀ ਸੋਚ ਵੀ ਇਹੋ ਜਿਹੀ ਰੱਖੀਏ ਜਿਸ ਸੋਚ ਦੇ ਵਿੱਚ ਕਿਸੇ ਦੀ ਬੁਰਾਈ ਨਾ ਹੋਵੇ। ਸੋਚ ਵੀ ਇਹੋ ਜਿਹੀ ਰੱਖੀਏ ਜਿਸ ਸੋਚ ਦੇ ਵਿੱਚ ਕਿਸੇ ਨਾਲ ਵੈਰ ਨਾ ਹੋਵੇ। ਸੋਚ ਵੀ ਇਹੋ ਜਿਹੀ ਰੱਖੀਏ ਜਿਸ ਸੋਚ ਦੇ ਵਿੱਚ ਕਿਸੇ ਦਾ ਮਾੜਾ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਵੀ ਕੈਮਰੇ ਲੱਗੇ ਹੋਣ ਨਾ, ਕਈ ਵਾਰੀ ਇੱਕ ਚੀਜ਼ ਲਿਖੀ ਹੁੰਦੀ, ਉੱਪਰ ਵਾਲਾ ਵੇਖ ਰਿਹਾ, ਇਸ਼ਾਰਾ ਹੁੰਦਾ ਕੈਮਰੇ ਵੱਲ, ਪਰ ਸੱਚਾਈ ਇਹ ਕੈਮਰਾ ਤੇ ਬੰਦ ਹੋ ਸਕਦਾ ਹੈ, ਪਰ ਜਿਹੜਾ ਹਰ ਜ਼ਰਰੇ ਜ਼ਰਰੇ 'ਚ ਮੌਜੂਦ ਹੈ, ਘੱਟ ਘੱਟ ਦੇ ਵਿੱਚ ਵਸ ਰਿਹਾ ਨਾ, ਉਹਦਾ ਕੈਮਰਾ ਨਾ ਤੇ ਖਰਾਬ ਹੁੰਦਾ ਹੈ, ਨਾ ਉਹਦੇ ਕੈਮਰੇ ਤੋਂ ਕੋਈ ਵੀ ਚੀਜ਼ ਲੁਕ ਸਕਦੀ ਹੈ। ਇਸ ਕਰਕੇ ਆਪਣਾ ਹਰ ਕਦਮ ਪੁੱਟਣ ਲੱਗਿਆਂ ਸਾਵਧਾਨ ਹੋ। ਇੱਥੋਂ ਤੱਕ ਕਿ ਆਪਣੀ ਸੋਚ ਨੂੰ ਵੀ ਨਿਰਮਲ ਕਰ, ਸੋਚ ਨੂੰ ਵੀ ਪਵਿੱਤਰ ਕਰ। ਕਿਵੇਂ ਕਹਿ ਰਹੇ ਸਾਹਿਬ, ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ, ਮਨ ਮੂੜੇ ਪ੍ਰਭ ਸੁਆਮੀ, ਜੋ ਕਿਛ ਕਰੈ ਸੋਈ ਸੋਈ ਜਾਣੈ, ਰਹੇ ਨ ਕਛੂਐ ਸ਼ਾਨੀ। ਲੇਖਾ ਮਾਂਗੇ ਚਿਤ੍ਰ ਗੁਪਤ ਜਬ ਲੇਖਾ ਮਾਂਗੇ, ਚਿਤ੍ਰ ਗੁਪਤ ਜਬ ਲੇਖਾ ਮਾਂਗੇ, ਲੇਖਾ ਮਾਂਗੇ ਚਿਤ੍ਰ ਗੁਪਤ ਜਬ ਲੇਖਾ ਮਾਂਗੇ, ਚਿਤ੍ਰ ਗੁਪਤ ਜਬ ਲੇਖਾ ਮਾਂਗੇ। ਤਬ ਕੌਣ ਪੜਦਾ ਤੇਰਾ ਟਾਕੇ, ਤਬ ਕੌਣ ਪੜਦਾ ਤੇਰਾ ਟਾਕੇ।
लेखा मांगे चित्र गुप्त जब लेखा मांगे। चित्र गुप्त जब लेखा सारे पढ़ो। लेखा मांगे चित्र गुप्त जब लेखा मांगे। चित्र गुप्त जब लेखा मांगे। जीव स्वाद लोभ मत माते उपजे अनक बिकारा। जीव स्वाद लोभ मत माते उपजे अनक बिकारा। महाराज कहंदे बंदा ना जीव दे स्वादां दे करके, जीव नूं स्वाद लग गए, ਇਹੋ ਜੇ स्वाद लग गए, ਇਹੋ ਜੀਆਂ ਚੀਜ਼ਾਂ ਵੀ ਖਾਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਚੀਜ਼ਾਂ ਖਾਣ ਦੇ ਨਾਲ ਗੁਰੂ ਤੋਂ ਦੂਰੀ ਬਣ ਜਾਂਦੀ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿੱਥੇ ਤੇ ਜ਼ਬਾਨ ਨੂੰ ਖਾਣ ਦੇ ਸਵਾਦ ਲੱਗ ਗਏ ਉੱਥੇ ਜ਼ਬਾਨ ਨੂੰ ਨਿੰਦਿਆ ਦਾ ਸਵਾਦ ਵੀ ਲੱਗ ਗਿਆ, ਦੂਜਿਆਂ ਦੀ ਬੁਰਾਈ ਕਰਨ ਦਾ ਵੀ ਸਵਾਦ ਲੱਗ ਗਿਆ। ਇਸ ਸਵਾਦ ਨੇ ਵੀ ਗੁਰੂ ਤੋਂ ਦੂਰੀ ਬਣਾਤੀ। ਕਹਿੰਦੇ ਬੰਦਾ ਜੀਵ ਦੇ ਸਵਾਦਾਂ ਵਿੱਚ ਤੇ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ। ਲੋਭ ਦਾ ਨਸ਼ਾ, ਇਧਰੋਂ ਵੀ ਕਮਾਣਾ, ਉਧਰੋਂ ਵੀ ਧਨ ਇਕੱਠਾ ਕਰਨਾ, ਇਧਰੋਂ ਵੀ ਕਰਨਾ। ਧਨ ਇਕੱਠਾ ਕਰਨ ਦੇ ਕਰਕੇ ਜੇ ਪਿਆਰਿਓ ਇਹਨੂੰ ਕਿਸੇ ਦਾ ਕਤਲ ਵੀ ਕਰਨਾ ਪੈ ਗਿਆ ਨਾ, ਇਹਨੂੰ ਕਿਸੇ ਦਾ ਵਿਗਾੜਨਾ ਵੀ ਪੈ ਗਿਆ ਤੇ ਤਾਂ ਵੀ ਇਹ ਪਿੱਛੇ ਨਹੀਂ ਹੁੰਦਾ। ਲੋਭ ਦੇ ਕਰਕੇ ਤੁਸੀਂ ਕਈ ਵਾਰੀ ਨੋਟ ਕੀਤਾ ਹੋਵੇਗਾ, ਲੋਭ ਦੇ ਕਰਕੇ ਕਈ ਵਾਰੀ ਇੱਕ ਭਰਾ ਦੂਜੇ ਭਰਾ ਦਾ ਕਾਤਲ ਬਣ ਜਾਂਦਾ ਹੈ। ਭੈਣ ਭਰਾ ਦਾ ਕਤਲ ਕਰ ਦਿੰਦਾ ਜਾਂ ਭੈਣਾਂ ਕਈ ਥਾਵਾਂ ਤੇ ਭਰਾਵਾਂ ਨੂੰ ਮਰਵਾ ਦਿੰਦੀਆਂ ਨੇ। ਲੋਭ ਏਡਾ ਆ ਗਿਆ ਅੰਦਰ। ਕਿਤੇ ਤੇ ਇਸ ਲੋਭ ਨੇ ਬਾਪ ਨੂੰ ਬੱਚਿਆਂ ਦਾ ਦੁਸ਼ਮਣ ਬਣਾ ਦਿੱਤਾ, ਕਿਤੇ ਬੱਚਿਆਂ ਨੂੰ ਬਾਪ ਦੇ ਉਲਟ ਖੜਾ ਕਰ ਦਿੱਤਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਕਹਿੰਦੇ ਜੀਵ ਦੇ ਸਵਾਦਾਂ ਵਿੱਚ ਪੈ ਕੇ ਲੋਭ ਦੇ ਵਿੱਚ ਹਰ ਵੇਲੇ ਮਸਤ ਰਹਿੰਦਾ। ਲੋਭ ਦਾ ਨਸ਼ਾ ਇਹਦੇ ਦਿਮਾਗ ਤੇ ਚੜਿਆ ਰਹਿੰਦਾ ਤੇ ਹੁੰਦਾ ਕੀ ਹੈ, ਇਹਦੇ ਅੰਦਰ ਦਿਨੋਂ ਦਿਨ ਵਿਕਾਰ ਵੱਧਦੇ ਜਾਂਦੇ ਨੇ, ਦਿਨੋਂ ਦਿਨ। ਤੇ ਇਹਨਾਂ ਵਿਕਾਰਾਂ ਦਾ ਸਦਕਾ ਹੋਇਆ ਕਿ ਹਉਮੈ ਦੀਆਂ ਜੰਜੀਰਾਂ ਦੇ ਥੱਲੇ ਇਹ ਦਬਦਾ ਹੀ ਜਾਂਦਾ ਹੈ। ਹਉਮੈ ਦੀਆਂ ਜੰਜੀਰਾਂ ਇਹਦੇ ਪੈਰਾਂ ਵਿੱਚ ਪਈਆਂ ਰਹਿੰਦੀਆਂ ਨੇ ਹਰ ਵੇਲੇ ਤੇ ਇਹਨਾਂ ਜੰਜੀਰਾਂ ਦੇ ਕਰਕੇ, ਇਹ ਹਉਮੈ ਦੇ ਕਰਕੇ ਫਿਰ ਬਹੁਤ ਜੂਨਾਂ ਦੇ ਵਿੱਚ ਭਟਕਦਾ ਹੈ ਤੇ ਫਿਰ ਦੁੱਖ ਸਹਾਰਦਾ ਹੈ। ਜਿਉਂਦਿਆਂ ਜੀ ਵੀ ਬਹੁਤ ਜੂਨਾਂ 'ਚ ਭਟਕਦਾ ਹੈ। ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ, ਅੰਦਰ ਲੋਭ ਆ ਗਿਆ ਉਸ ਵੇਲੇ ਬੰਦਾ ਕੁੱਤਾ ਬਣ ਜਾਂਦਾ। ਕੁੱਤੇ ਦੀ ਜੂਨ ਉਸ ਵੇਲੇ ਭੁਗਤਣ ਲੱਗ ਪੈਂਦਾ। ਲੋਭ ਨੇ ਕੁੱਤਾ ਬਣਾ ਦਿੱਤਾ ਉਸ ਵੇਲੇ। ਅੰਦਰ ਜਦੋਂ ਵਿਕਾਰਾਂ ਨੇ ਜਨਮ ਲਿਆ ਉਸ ਵੇਲੇ ਹਾਥੀ ਦੀ ਜੂਨ ਵਿੱਚ ਪੈ ਜਾਂਦਾ ਹੈ। ਜਦੋਂ ਪਿਆਰਿਓ ਮਾਇਆ ਇਕੱਠੀ ਕਰਨੀ ਹੈ, ਬਸ ਇਕੱਠੀ ਕਰਨੀ ਹੈ ਜਿਵੇਂ ਮਰਜ਼ੀ, ਉਸ ਵੇਲੇ ਸਰਪ ਜੂਨ ਵਿੱਚ ਪੈ ਜਾਂਦਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ। ਕਹਿੰਦੇ ਹਉਮੈ ਦੇ ਭਾਰ ਵਿੱਚ ਦਬਦਾ ਹੀ ਜਾਂਦਾ ਹੈ। ਹਉਮੈ ਸਿਰ ਤੇ ਚੜੀ ਜਾਂਦੀ ਏ। ਇਸ ਕਰਕੇ ਫਿਰ ਬੜੀਆਂ ਜੂਨਾਂ ਦੇ ਵਿੱਚ ਭਟਕਦਾ ਹੈ। ਜਿਉਂਦਿਆਂ ਜੀ ਵੀ ਤੇ ਮਰਨ ਤੋਂ ਬਾਅਦ ਵੀ ਬੜੀਆਂ ਜੂਨਾਂ 'ਚ ਭਟਕਦਾ ਹੈ ਤੇ ਦੁੱਖ ਸਹਾਰਦਾ ਹੀ ਰਹਿੰਦਾ ਹੈ। ਦੁੱਖ ਹੀ ਦੁੱਖ ਫਿਰ ਇਹ ਸਹਾਰਦਾ ਹੈ। ਕਿਵੇਂ ਕਹਿ ਰਹੇ ਸੈ, ਪੜਿਓ ਜੀ। ਜੀਵਾ ਸਵਾਦ ਲੋਭ ਮਦ ਮਾਤੇ ਉਪਜੇ ਅਨਕ ਬਿਕਾਰਾ।
जीवा स्वाद लोभ मद माते, उपजे अनक बेकारा। बहुत जोन पर मत दुख पाया, हूँ मैं बंधन के पारा। लेखा मांगे चित्रगुप्त जब लेखा मांगे, चित्रगुप्त जब लेखा मांगे। लेखा मांगे चित्रगुप्त जब लेखा मांगे। चित्रगुप्त जब लेखा मांगे। तब कौन पढ़दा तेरा टाके, तब कौन पढ़दा तेरा टाके। लेखा मांगे चित्रगुप्त जब लेखा मांगे। चित्रगुप्त जब लेखा मांगे। देखी वाड़ अनेक पढ़दे मैं, परदारा संग फाके। देखी वाड़ अनक पढ़दे मैं, परदारा संग फाके। कहंदे दरवाजे बंद करके पर्दे कर करके तू माड़े कर्म करदा है। कई वारी पर इस्त्री नाल भी माड़े कुकर्म तू करदा है ते वेखदा उस वेले इधर उधर मैनू कोई वेख नहीं रहा। पर एक गल अपने माइंड विच बिठा, सतगुरु कहंदे देख के वाड़ अनक पढ़दे में, पर दारा संग फाके। चित्रगुप्त जब लेखा मांगे तब कौन पढ़दा तेरा टाके। कहंदे प्यारिया जदों तेरा लेखा होना ही ना, तेरे चंगे ते मंदे कीते होए कर्मां दा लेखा होना ही ना, फिर उस वेले कोई तेरे पर्दे ढकण वाला नहीं आउणा। ये जेड़े चित्रगुप्त ने ना, कई ते इथों तक कहंदे ना कि चित्रगुप्त जो चित्र जो ने ਉਹ दिन दे समय दे कीते होए लेखे लिखदे ने बंदे दे। गुप्त जेड़े ਉਹ रात दे कीते होए कर्मां दे लेखे लिखदे ने। ते कई गुरमुख जन ਇਹ ਵੀ ਕਹਿੰਦੇ चित्र की है जो साडी असलीयत इस ਵੇਲੇ जो ਅਸੀਂ ਵਿਚਰ ਰਹੇ, जो ਲੋਕਾਂ ਨੂੰ ਵਿਖਾਉਣਾ ਚਾਹੁੰਦੇ ਆ, चित्र जो लोकां नूं नजर आ रहा है, ये साडा चित्र है। ते गुप्त की ਜਿਹੜੀਆਂ ਗੱਲਾਂ ਸਾਡੇ ਮਾਈਂਡ ਵਿੱਚ ਨੇ ਅਜੇ ਲੋਕਾਂ ਸਾਹਮਣੇ ਪ੍ਰਗਟ ਨਹੀਂ ਹੋਈਆਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਪਿਆਰਿਆ ਜੇ ਕਿਤੇ ਤੇਰੇ ਮਾਈਂਡ ਦੀਆਂ ਗੱਲਾਂ ਉਹ ਗੁਪਤ ਗੱਲਾਂ ਲੋਕਾਂ ਦੇ ਅੱਗੇ ਪ੍ਰਗਟ ਹੋ ਜਾਣ, ਫਿਰ ਤਬ ਕੌਣ ਪੜਦਾ ਤੇਰਾ ਢੱਕ ਹੈ। ਇਹ ਵੀ ਚਿੱਤਰਗੁਪਤੀ ਹੈ। ਲੋਕਾਂ ਨੂੰ ਉਹ ਨਜ਼ਰ ਆ ਰਿਹਾ ਜੋ ਅਸੀਂ ਲੋਕਾਂ ਨੂੰ ਵਿਖਾ ਰਹੇ ਹਾਂ, ਪਰ ਜਿਹੜੀਆਂ ਸਾਡੇ ਅੰਦਰ ਗੱਲਾਂ ਨੇ, ਸਾਡੇ ਅੰਦਰ ਬੁਰਾਈਆਂ ਨੇ, ਜੋ ਗੁਪਤ ਗੱਲਾਂ ਨੇ, ਜਿਹੜੀਆਂ ਅਸੀਂ ਹਰ ਵੇਲੇ ਕਈ ਵਾਰੀ ਪਰਾਏ ਤਨ ਵੱਲ ਵੇਖ ਕੇ ਸੋਚਣ ਲੱਗ ਪੈਂਦੇ ਆ ਗਲਤ ਗੱਲਾਂ। ਕਈ ਵਾਰੀ ਪਰਾਏ ਧਨ ਵੱਲ ਵੇਖ ਕੇ ਗਲਤ ਗੱਲਾਂ ਸੋਚਣ ਲੱਗ ਪੈਂਦੇ ਆ। ਕਿਸੇ ਦਾ ਚੰਗਾ ਮਕਾਨ ਵੇਖਿਆ ਅਸੀਂ ਗਲਤ ਫੁਰਨੇ ਬਣਾਉਣੇ ਸ਼ੁਰੂ ਕਰ ਦਿੱਤੇ। ਕਈ ਵਾਰੀ ਕਿਸੇ ਬੰਦੇ ਦਾ, ਅਸੀਂ ਕਿਸੇ ਇਸਤਰੀ ਦਾ रूप वेख लिया, रूप वाल वेख के प्यारे गलत फुरने अंदर बनाने शुरू कर देने आ। वो लोकां दे सामने चीज नहीं आई, वो गुप्त गल्लां ने। पर जे किते वो गुप्त गल्लां वो चित्र तेरा प्रगट हो गया, तब कौन पर्दा तेरा ढक गया, फिर कौन तेरे पर्दे कजेगा। प्यारिया इस करके
ਆਪਣੀਆਂ ਜਿਹੜੀਆਂ ਗੁਪਤ ਗੱਲਾਂ ਨੇ ਨਾ, ਅੰਦਰਲੇ ਵਿਚਾਰਾਂ ਤੇ ਵੀ ਕੰਟਰੋਲ ਕਰ। ਅੰਦਰਲੇ ਵਿਚਾਰ ਵੀ ਸਵੱਛ ਬਣਾ, ਸਹੀ ਵਿਚਾਰਾਂ, ਸਹੀ ਸਵੱਛ ਸੋਚ, ਨੇਕ ਸੋਚ, ਭਲਾਈ ਸੋਚ, ਹਰ ਵੇਲੇ ਭਲਾ ਕੀ ਸੋਚ, ਤਾਂ ਜੋ ਜਦੋਂ ਲੇਖਾ ਦੇਣਾ ਪਵੇ ਨਾ, ਫਿਰ ਤੈਨੂੰ ਕਿਸੇ ਗੱਲ ਦੀ ਕੋਈ ਔਖਿਆਈ ਨਾ ਹੋਵੇ। ਕਿਉਂਕਿ ਜਦੋਂ ਤੂੰ ਮਰਨਾ ਹੈ ਨਾ, ਸਭ ਕੁਝ ਧਰਿਆ ਧਰਾਇਆ ਇੱਥੇ ਰਹਿ ਜਾਣਾ ਹੈ, ਪਰ ਸਤਿਗੁਰੂ ਕਹਿੰਦੇ ਦੋ ਚੀਜ਼ਾਂ ਨਾਲ ਜਾਣੀਆਂ। ਮਹਾਰਾਜ ਜੀ ਦੋ ਚੀਜ਼ਾਂ? ਮੈਂ ਤੇ ਸੁਣਿਆ ਸੂਈ ਵੀ ਨਾਲ ਨਹੀਂ ਜਾਂਦੀ। ਮਹਾਰਾਜ ਕਹਿੰਦੇ ਹਾਂ, ਦੋ ਚੀਜ਼ਾਂ ਨਾਲ ਜਾਣੀਆਂ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ। ਕਹਿੰਦੇ ਤੇਰੀਆਂ ਚੰਗੀਆਂ ਕੀਤੀਆਂ ਕਰਤੂਤਾਂ, ਮਾੜੀਆਂ ਕੀਤੀਆਂ ਕਰਤੂਤਾਂ, ਚੰਗੇ ਕੀਤੇ ਕਰਮ, ਮਾੜੇ ਕੀਤੇ ਕਰਮ, ਚੰਗਿਆਈਆਂ ਬੁਰਿਆਈਆਂ ਤੇਰੇ ਨਾਲ ਜਾਣੀਆਂ ਈ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾ ਰਹੇ, ਕਦੀ ਵੀ ਇਹੋ ਜਿਹਾ ਕਰਮ ਨਾ ਕਰ ਜਿਸ ਕਰਮ ਨੂੰ ਕਰਨ ਤੋਂ ਬਾਅਦ ਇੱਥੇ ਆਪਣੇ ਪਰਿਵਾਰ ਦੇ ਸਾਹਮਣੇ ਵੀ, ਰਿਸ਼ਤੇਦਾਰਾਂ ਦੇ ਸਾਹਮਣੇ ਵੀ, ਸਾਕ ਸੰਬੰਧੀਆਂ ਸਾਹਮਣੇ ਵੀ, ਲੋਕਾਂ ਦੇ ਵਿੱਚ ਵੀ ਤੇਰੀਆਂ ਅੱਖਾਂ ਨੀਵੀਆਂ ਹੋਣ ਤੇ ਉਸ ਦਰਗਾਹ ਵਿੱਚ ਵੀ ਤੇਰਾ ਸਿਰ ਝੁਕ ਜਾਵੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਰਾਜ ਕਹਿ ਰਹੇ, ਕਹਿੰਦੇ ਬੂਹੇ ਬੰਦ ਕਰਕੇ ਤੂੰ ਵਿਕਾਰ ਭੋਗਦਾ ਹੈ, ਪਰਾਈਆਂ ਇਸਤਰੀਆਂ ਨਾਲ ਵੀ ਮਾੜੇ ਕਰਮ ਕਰਦਾ, ਕੌਣ ਮੈਨੂੰ ਵੇਖ ਰਿਹਾ? ਪਰ ਸਤਿਗੁਰੂ ਕਹਿੰਦੇ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ। ਫਿਰ ਤੇਰੇ ਪਰਦੇ ਢੱਕਣ ਵਾਲਾ ਕੋਈ ਨਹੀਂ ਹੋਣਾ ਭਾਈ। ਇਸ ਕਰਕੇ ਇਹ ਚੀਜ਼ਾਂ ਤੋਂ ਸਾਵਧਾਨ ਹੋ। ਕਿਵੇਂ ਕਹਿ ਰਹੇ, ਦੇਖ ਕੀ ਵਾੜ ਅਨਕ ਪੜਦੇ ਮੈਂ, ਪਰਦਾਰਾ ਸੰਗ ਫਾਕੇ। ਦੇਖ ਕੀ ਵਾੜ ਅਨਕ ਪੜਦੇ ਮੈਂ, ਪਰਦਾਰਾ संग फाके। चित्र गुप्त जब लेखा मांगे, तब कौन पर्दा तेरा ढाके। लेखा मांगे चित्र गुप्त जब लेखा मांगे। चित्र गुप्त जब लेखा मांगे। लेखा मांगे चित्र गुप्त जब लेखा मांगे। चित्र गुप्त जब लेखा मांगे। तब कौन पड़दा तेरा टाके। तब कौन पड़दा तेरा टाके। लेखा मांगे चित्र गुप्त जब लेखा मांगे। चित्र गुप्त जब लेखा मांगे। जी लेखा मांगे चित्र गुप्त जब लेखा मांगे। चित्र गुप्त जब लेखा मांगे। सारे आखो ने जी धन बाबा सिंह जी। दीन दयाल पूरन दुख पंजन। तुम बिन ओट ना काई। सतगुरु हुण सानू ਇਹ ਵਿਕਾਰਾਂ ਤੋਂ ਬਚਣ ਦੀ, ਇਹ ਮਾੜੇ ਕਰਮਾਂ ਤੋਂ ਬਚਣ ਦੀ ਇੱਕ ਜੁਗਤ ਦੇ ਰਹੇ ਨੇ ਸ਼ਬਦ ਵਿੱਚ। ਕਹਿੰਦੇ ਸਾਰਿਆਂ ਦੇ ਉੱਤੇ ਦਇਆ ਕਰਨ ਵਾਲੇ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦਾਤਿਆ ਸਰਬ ਵਿਆਪਕ ਗੁਰੂ ਰਾਮਦਾਸ ਜੀ, ਤੁਸੀਂ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ। ਤੇ ਮੇਰੀ ਓਟ, ਮੇਰਾ ਆਸਰਾ ਵੀ ਤੁਸੀਂ ਹੋ। ਤੁਹਾਡੇ ਬਿਨਾ
ਕੋਈ ਮੇਰਾ ਓਟ ਆਸਰਾ ਨਹੀਂ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਹੁਣ ਜੁਗਤ ਦੇ ਰਹੇ, ਕਹਿੰਦੇ ਜੇ ਵਿਕਾਰ ਨਹੀਂ ਨਾ ਛੁੱਟਦੇ, ਮਾੜੇ ਕਰਮ ਜੀਵਨ ਦੇ ਵਿੱਚੋਂ ਨਹੀਂ ਨਿਕਲੇ, ਤੇ ਤੂੰ ਉਸ ਵੱਡੇ ਦਾਤੇ ਦੇ ਅੱਗੇ ਆ ਕੇ ਆਪਣਾ ਆਪ ਸਰੈਂਡਰ ਕਰ ਦੇ। ਦਾਤਿਆ ਮੇਰੇ ਵੱਸ ਹੁਣ ਕੁਝ ਨਹੀਂ, ਆਪ ਜੀ ਕਿਰਪਾ ਕਰਕੇ ਮੈਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਦਿਓ। ਤੇ ਕੱਲਾ ਗੱਲਾਂ ਬਾਤਾਂ ਦੇ ਨਾਲ ਸਰੈਂਡਰ ਨਹੀਂ, ਨਿਤਨੇਮ ਵਧਾ ਕੇ, ਬਾਣੀ ਦਾ ਪਹਿਰਾ ਵਧਾ ਕੇ, ਸੇਵਾ ਸਿਮਰਨ ਦਾ ਅੰਮ੍ਰਿਤ ਵੇਲੇ ਦਾ ਪਹਿਰਾ ਵਧਾ ਕੇ, ਨਿਮਾਣੇ ਬਣ ਕੇ ਆਪਣੇ ਆਪ ਨੂੰ ਉਹਦੇ ਅੱਗੇ ਸਰੈਂਡਰ ਕਰ ਦਿਓ ਤੇ ਕਰੋ ਅਰਦਾਸ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਮੇਰੇ ਡੁੱਬਦੇ ਹੋਏ ਦੀ ਬਾਹ ਨੂੰ ਫੜ ਕੇ ਪਰਮੇਸ਼ਰ ਗੁਰੂ ਰਾਮਦਾਸ ਤੁਸੀਂ ਆਪ ਹੀ ਤਾਰ ਦਿਓ। ਤੇ ਜਦੋਂ ਆਪਣਾ ਆਪ ਸਰੈਂਡਰ ਕਰਕੇ ਨਿਮਾਣੇ ਬਣ ਕੇ ਉਹਦੇ ਅੱਗੇ ਅਰਦਾਸ ਕਰਾਂਗੇ ਨਾ, ਫਿਰ ਉਹ ਸਾਡੇ ਤੇ ਆਪਣੀ ਬਖਸ਼ਿਸ਼ ਦਾ, ਆਪਣੀ ਮਿਹਰਮਤ ਦਾ ਖਾਤਾ ਖੋਲੇਗਾ ਹੀ ਖੋਲੇਗਾ। ਫਿਰ ਪਿਆਰਿਓ, ਜਦੋਂ ਉਹਨੇ ਆਪਣੀ ਬਖਸ਼ਿਸ਼ ਦਾ ਖਾਤਾ ਖੋਲ ਦਿੱਤਾ ਤੇ ਫਿਰ ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝ ਆਖੋ ਵਾਹਿਗੁਰੂ ਜੀ। ਫਿਰ ਇਹ ਚਿੱਤਰਗੁਪਤ ਨੇ ਵੀ ਨਾ ਇਹ ਕਾਗਜ਼ ਪਾੜ ਦੇਣੇ ਨੇ ਲੇਖੇ ਜੋਖਿਆਂ ਦੇ, ਜਦੋਂ ਉਹਨੇ ਆਪਣੀ ਮਿਹਰਮਤ ਦਾ ਖਾਤਾ ਖੋਲ ਦਿੱਤਾ। ਪਰ ਉਹ ਮਿਹਰਮਤ ਦਾ ਖਾਤਾ ਖੋਲੇਗਾ ਉਦੋਂ ਜਦੋਂ ਨਿਮਾਣੇ ਬਣ ਕੇ ਉਹਦੇ ਅੱਗੇ ਅਸੀਂ ਆਪਣਾ ਆਪ ਸਰੈਂਡਰ ਕਰ ਦਿਆਂਗੇ। ਕਿਵੇਂ ਕਹਿ ਰਹੇ ਸਾਹਿਬ, ਪੜਿਓ ਜੀ ਪਿਆਰ ਨਾਲ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨ ਕਾਈ। काट ले हो संसार सागर में, नानक प्रभ सरणाई। लेखा मांगे लेखा मांगे, चित्र गुपत जब लेखा मांगे। चित्र गुपत जब लेखा मांगे। जी लेखा मांगे लेखा मांगे, चित्र गुपत जब लेखा मांगे। चित्र गुपत जब लेखा मांगे। तब कौन पढ़दा तेरा टाके, तब कौन पढ़दा तेरा टाके। लेखा मांगे लेखा मांगे, चित्र गुपत जब लेखा मांगे। चित्र गुपत जब लेखा मांगे। जी लेखा मांगे लेखा मांगे, चित्र गुपत जब लेखा मांगे। चित्र गुपत जब लेखा मांगे। जी लेखा मांगे लेखा मांगे, चित्र गुपत जब लेखा मांगे। 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 तब कौन पढ़दा तेरा टाके, तब कौन पढ़दा तेरा टाके। लेखा मांगे लेखा मांगे, चित्र गुपत जब लेखा मांगे। चित्र गुपत जब लेखा मांगे। जी चित्र गुपत जब लेखा मांगे। चित्र गुपत जब लेखा मांगे। ਸਤਿਗੁਰੂ ਕਿਰਪਾ ਕਰਨ, ਗੁਰਮਤਿ ਆਸ਼ੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰੀਏ, ਨੇਕ ਇਨਸਾਨ ਬਣੀਏ, ਇਹੋ ਜਿਹੇ ਕੰਮ ਇਹੋ ਜਿਹੀਆਂ ਕਰਤੂਤਾਂ ਨਾ ਕਰੀਏ ਜਿਨ੍ਹਾਂ ਦੇ ਕਰਕੇ ਸਾਨੂੰ
ਇੱਥੇ ਵੀ ਤੇ ਉੱਥੇ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ। ਇਤਨੀ ਕੁ ਸੇਵਾ ਪ੍ਰਵਾਨ ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਤੁਹਾਡੇ ਕੋਲੋਂ ਅਸੀਂ ਖਿਮਾ ਮੰਗ ਰਹੇ ਹਾਂ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।